ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪੇਪਰ ਹੋਣ ਜਾ ਰਹੇ ਹਨ ਉਹਨਾਂ ਦੀ ਤਿਆਰੀ ਕਰਦੇ ਹੋ। ਸੋ ਸਟੂਡੈਂਟਸ, ਅਸੀਂ ਪੀਐਸਟੈਟ 2022 ਦੇ ਵਿੱਚ ਜੋ ਕਿ ਲਾਸਟ ਤੇ ਦਸੰਬਰ ਦੇ ਮਹੀਨੇ ਵਿੱਚ ਹੋਣ ਜਾ ਰਿਹਾ ਹੈ, ਆਪਾਂ ਉਸ ਦੇ ਪੇਪਰ 2 ਜੋ ਬੀਐਡ ਕਰ ਚੁੱਕੇ ਨੇ ਸਟੂਡੈਂਟਸ ਜਿਨ੍ਹਾਂ ਦਾ ਵਿਸ਼ਾ ਸੀਗਾ ਐਸਐਸਟੀ, ਤਾਂ ਆਪਾਂ ਸਮਾਜਿਕ ਸਿੱਖਿਆ ਜਿਹੜਾ ਵਿਸ਼ਾ ਜੋ ਕਿ 60 ਨੰਬਰ ਦਾ ਕੰਮ ਹੈ ਜਿਹੜਾ ਸਮਾਜਿਕ ਸਿੱਖਿਆ ਵਿਸ਼ੇ ਦਾ ਹੀ ਆਉਣਾ ਹੈ, ਤਾਂ ਉਸ ਦੀ ਆਪਾਂ ਪ੍ਰੈਪਰੇਸ਼ਨ ਕਰ ਰਹੇ ਹਾਂ। ਜਿਹੜੇ ਸਟੂਡੈਂਟਸ ਸਾਡੇ ਚੈਨਲ ਉੱਪਰ ਆ ਚੁੱਕੇ ਨੇ ਪਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸੋ ਆਓ ਵਿਦਿਆਰਥੀ ਸਾਥੀਓ, ਅੱਜ ਆਪਾਂ ਲੈਕਚਰ 9ਵਾਂ ਗਵਰਨਰ ਜਨਰਲ ਇਸ ਦੇ ਬਾਰੇ ਵਿੱਚ ਜਾਣਾਂਗੇ। ਸੋ ਆਓ ਵਿਦਿਆਰਥੀ ਸਾਥੀਓ, ਆਪਾਂ ਕੁਐਸਚਨ ਦੀ ਸ਼ੁਰੂਆਤ ਕਰਦੇ ਹਾਂ। ਸਾਡਾ ਅੱਜ ਦਾ ਪਹਿਲਾ ਪ੍ਰਸ਼ਨ ਹੈ, ਦਾਸ ਪ੍ਰਥਾ ਦਾ ਅੰਤ ਕਿਸ ਗਵਰਨਰ ਜਨਰਲ ਦੇ ਸਮੇਂ ਹੋਇਆ ਸੀ? ਠੀਕ ਹੈ, ਦਾਸ ਪ੍ਰਥਾ ਪਹਿਲਾਂ ਤਾਂ ਦੇਖ ਲਈਏ ਹੈਗੀ ਕੀ ਸੀ। ਇਹ ਸੀਗੀ ਜੀ ਗੁਲਾਮ ਬਣਾ ਕੇ ਰੱਖਣ ਦੀ ਪ੍ਰਕਿਰਿਆ। ਠੀਕ ਹੈ, ਅਮੀਰ ਲੋਕ ਕੀ ਕਰਦੇ ਸੀ, ਆਮ ਲੋਕਾਂ ਨੂੰ ਕੀ ਕਰਦੇ ਨੇ, ਗੁਲਾਮ ਬਣਾ ਕੇ ਉਦੋਂ ਰੱਖਦੇ ਹੁੰਦੇ ਸੀ। ਤਾਂ ਇਸ ਦਾ ਜਿਹੜਾ ਅੰਤ ਹੈ ਉਹ ਕਿਸ ਦੇ ਸਮੇਂ ਕੀਤਾ ਗਿਆ ਸੀ? ਏ ਤੇ ਆਪਣੇ ਕੋਲੇ ਆਪਸ਼ਨ ਲਾਰਡ ਐਲਿਨਬਰੋ, ਬੀ ਤੇ ਆਪਣੇ ਕੋਲੇ ਲਾਰਡ ਡਲਹੌਜੀ, ਸੀ ਤੇ ਹੈ ਲਾਰਡ ਕਲਾਈਵ, ਡੀ ਤੇ ਹੈ ਲਾਰਡ ਹੈਸਟਿੰਗਸ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਇਹ ਆਪਸ਼ਨ ਆਪਣੇ ਕੋਲੇ ਲਾਰਡ ਐਲਿਨਬਰੋ। ਇਹੀ ਬੰਦਾ ਸੀ ਜਿਨਨੇ ਐਤਵਾਰ ਦੀ ਛੁੱਟੀ ਜਿਹੜੀ ਹੈ ਘੋਸ਼ਿਤ ਕੀਤੀ ਸੀ। ਕਹਿ ਸਕਦੇ ਹਾਂ ਕਿ ਇਹ ਬੰਦਾ ਗਰੀਬ ਜਾਂ ਮਜ਼ਦੂਰ ਵਰਗ ਦੇ ਹੱਕ ਦਾ ਸੀਗਾ। ਠੀਕ ਹੈ ਜੀ, ਤਾਂ ਹੀ ਐਤਵਾਰ ਨੂੰ ਇਹਨੇ ਰੈਸਟ ਦੇ ਵਾਸਤੇ ਕੀ ਹੈ ਛੁੱਟੀ ਨੂੰ ਘੋਸ਼ਿਤ ਕੀਤਾ। ਹੁਣ ਐਤਵਾਰ ਦੀ ਛੁੱਟੀ ਤੇ ਦਾਸ ਪ੍ਰਥਾ ਦਾ ਅੰਤ ਜਿਹੜਾ ਕਦੋਂ ਹੋਇਆ? ਐਤਵਾਰ ਦੀ ਛੁੱਟੀ ਦੀ ਸ਼ੁਰੂਆਤ ਤੇ ਦਾਸ ਪ੍ਰਥਾ ਦਾ ਅੰਤ 1843 ਈਸਵੀ ਚ। ਨਿਯਮ ਕਿਹੜਾ ਸੀਗਾ? ਤਾਂ ਨਿਯਮ ਸੀਗਾ ਜੀ 5ਵੇਂ ਦੇ ਅਧੀਨ ਜਿਹੜਾ ਦਾਸ ਪ੍ਰਥਾ ਦਾ ਅੰਤ ਕੀਤਾ ਜਾਂਦਾ। ਠੀਕ ਹੈ ਜੀ, ਸਾਡਾ ਮੇਨ ਮੋਟੀਵੇਟ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਦਾ ਇਹੀ ਹੈ ਕਿ ਸਾਰੇ ਐਮਸੀਕਿਊਜ਼ ਤੁਹਾਨੂੰ ਕੀ ਨੇ ਪੁਆਇੰਟ ਬਾਏ ਪੁਆਇੰਟ ਕਰਵਾ ਕੇ ਨਾਲ ਨਾਲ ਉਸ ਦਾ ਥਿਊਰੀ ਵਰਕ ਤੇ ਐਕਸਪਲੇਨ ਕਰਵਾਇਆ ਜਾਵੇ, ਪਤਾ ਲੱਗ ਸਕੇ ਕਿ ਕਿਹੜਾ ਪ੍ਰਸ਼ਨ ਕਿਵੇਂ ਮੋਲਡ ਕਰਕੇ ਵੀ ਪੇਪਰ ਦੇ ਵਿੱਚ ਪਾਇਆ ਜਾ ਸਕਦਾ ਹੈ। ਜੀ ਸਟੂਡੈਂਟ, ਅੱਗੇ ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਇਮਾਨ ਕਮਿਸ਼ਨ ਦੀ ਸਥਾਪਨਾ ਕਿਸ ਗਵਰਨਰ ਜਨਰਲ ਸਮੇਂ ਹੋਈ ਸੀ? ਹੁਣ ਦੇਖ ਲਈਏ ਪਹਿਲਾਂ ਇਮਾਨ ਕਮਿਸ਼ਨ ਕੀ ਸੀ। ਇਹਦੇ ਨਾ ਵਰਡਸ ਤੋਂ ਸਮਝਿਆ ਕਰੋ ਕਿ ਗੱਲ ਉਹਨਾਂ ਨੇ ਕੀ ਕੀਤੀ ਹੈ। ਇਮਾਨ ਕਮਿਸ਼ਨ ਦੀ ਆਪਾਂ ਕਹਿ ਸਕਦੇ ਹਾਂ ਕਿ ਇਮਾਨਦਾਰੀ ਲਿਆਉਣ ਵਾਸਤੇ, ਬਿਲਕੁਲ ਬਿਲਕੁਲ ਜੀ ਇਮਾਨਦਾਰੀ ਵਾਸਤੇ ਹੀ ਸੀਗਾ। ਹੁਣ ਗੱਲ ਕਰੀਏ ਕਿਹੜੀ ਇਮਾਨਦਾਰੀ ਸੀ? ਅਜਿਹੀ ਭੂਮੀ ਜਿੰਦਾ ਕੀ ਸੀਗਾ ਕਰ ਜਿਹੜਾ ਕਿਸਾਨ ਜਾਂ ਜ਼ਿਮੀਂਦਾਰ ਅੰਗਰੇਜ਼ਾਂ ਨੂੰ ਨਹੀਂ ਦਿੰਦੇ ਸਨ, ਉਸ ਦਾ ਪਤਾ ਲਗਾਉਣਾ ਤੇ ਪਤਾ ਲਗਾ ਕੇ ਅੰਗਰੇਜ਼ੀ ਰਾਜ ਦੇ ਵਿੱਚ ਕੀ ਉਹਨੂੰ ਸ਼ਾਮਿਲ ਕਰ ਲੈਣਾ। ਕੀ ਖਵਾਇਆ ਸੀਗਾ? ਉਹਨੂੰ ਕਹਿੰਦੇ ਸੀ ਜੀ ਇਮਾਨ ਕਮਿਸ਼ਨ। ਇਸ ਦੀ ਸਥਾਪਨਾ ਜਿਹੜੀ ਹੈ ਕਿਹੜੇ ਗਵਰਨਰ ਜਨਰਲ ਦੇ ਸਮੇਂ ਹੋਈ ਸੀ? ਏ ਤੇ ਆਪਣੇ ਕੋਲੇ ਆਪਸ਼ਨ ਲਾਰਡ ਡਲਹੌਜੀ, ਬੀ ਤੇ ਹੈ ਲਾਰਡ ਐਮਸਹੌਟ, ਸੀ ਤੇ ਹੈ ਲਾਰਡ ਵੈਲਜ਼ਲੀ, ਡੀ ਤੇ ਆਪਣੇ ਕੋਲੇ ਲਾਰਡ ਕਲਾਈਵ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਆਪਣੇ ਕੋਲੇ ਲਾਰਡ ਡਲਹੌਜੀ ਹੋ ਜਾਏਗਾ ਜੀ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ ਤੀਜਾ ਪ੍ਰਸ਼ਨ ਹੈ, ਕਿਸ ਰਿਆਸਤ ਉੱਪਰ ਕੁਸ਼ਾਸਨ ਦਾ ਆਰੋਪ ਲਗਾ ਕੇ, ਭਾਵ ਕਿ ਭੰਗ ਕਰ ਦਿੱਤਾ ਸੀ। ਠੀਕ ਹੈ, ਤਾਂ ਉਹਨੂੰ ਕੀ ਕੀਤਾ? ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ। ਕਹਿੰਦੇ ਕਿ ਇਹਨਾਂ ਕੋਲੋਂ ਨਹੀਂ ਚੱਲ ਸਕਦਾ ਰਾਜਕਾਲ ਹੈ ਜਿਹੜਾ, ਤਾਂ ਉਹਨੂੰ ਕੀ ਕਰਦੇ ਨੇ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲੈਂਦੇ ਨੇ। ਤਾਂ ਐਂਡ ਤੇ ਉਹੀ ਬੰਦਾ ਫਿਰ ਕੀ ਕਰਦਾ? ਬਗਾਵਤ ਕਰਕੇ 1857 ਈਸਵੀ ਦੇ ਵਿਦਰੋਹ ਵਿੱਚ ਭਾਰਤੀਆਂ ਦੇ ਨਾਲ ਕੀ ਆ ਪੂਰੀ ਸਪੋਰਟ ਕਰਦਾ। ਏ ਤੇ ਆਪਸ਼ਨ ਹੈ ਹੈਦਰਾਬਾਦ, ਬੀ ਤੇ ਆਪਣੇ ਕੋਲੇ ਅਵਧ, ਸੀ ਤੇ 17 ਤੇ ਡੀ ਤੇ ਹੈ ਝਾਂਸੀ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਅਵਧ। ਅਵਧ ਕੀ ਸੀ? ਇੱਕ ਅਜਿਹਾ ਇਲਾਕਾ ਸੀ ਜਿਹਦੇ ਉੱਪਰ ਵਾਜਿਦ ਅਲੀ ਖਾਨ ਕੀ ਸੀ? ਨਵਾਬ ਸੀ। ਠੀਕ ਹੈ ਜੀ, ਵਾਜਿਦ ਅਲੀ ਖਾਨ। ਇਹਦੀ ਪਤਨੀ ਸੀਗੀ ਹਜ਼ਰਤ ਮਹਿਲ, ਜਿਹੜੀ ਕਿ 1857 ਈਸਵੀ ਦੇ ਵਿਦਰੋਹ ਦੇ ਵਿੱਚ ਆਉਂਦੀ ਹੈ। ਠੀਕ ਹੈ ਜੀ, ਹਜ਼ਰਤ ਮਹਿਲ। ਤਾਂ ਇਹ ਚੀਜ਼ ਆਪਾਂ ਨੂੰ ਉੱਥੋਂ ਦੇਖਣ ਨੂੰ ਮਿਲਦੀ। ਹੋਣਾ ਦੋ ਆਪਣੇ ਕੋਲੇ ਹੋਰ ਪੁਆਇੰਟ ਪਏ, ਇਹਨਾਂ ਦੀ ਵੀ ਗੱਲ ਕਰ ਲਈਏ। ਜਿਹੜਾ ਤਾਂ ਹੈਦਰਾਬਾਦ ਸੀ ਇਹ ਸਹਾਇਕ ਸੰਧੀ ਦੇ ਦੌਰਾਨ ਕੀ ਹੈ ਸਭ ਤੋਂ ਪਹਿਲਾਂ ਇਸ ਨੂੰ ਸ਼ਾਮਿਲ ਕੀਤਾ ਗਿਆ ਸੀ। ਤੇ ਜਿਹੜਾ 17 ਸੀਗਾ ਇਹ ਲੈਪਸ ਜਾਂ ਆਪਾਂ ਕਹਿ ਸਕਦੇ ਹਾਂ ਹੜੱਪ ਨੀਤੀ ਦੇ ਦੌਰਾਨ। ਠੀਕ ਹੈ ਜੀ, ਇਹ ਵੀ ਡਲਹੌਜੀ ਦੇ ਕਾਲ ਦੇ ਵਿੱਚ ਹੋਇਆ ਸੀਗਾ। ਲੈਪਸ ਜਾਂ ਹੜੱਪ ਨੀਤੀ ਦੇ ਦੌਰਾਨ 17 ਨਾਮਕ ਜਿਹੜੀ ਜਗ੍ਹਾ ਹੈ ਉਹ ਕੀ ਕਰਦੇ ਨੇ ਅੰਗਰੇਜ਼ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ। ਵੁੱਡ ਡਿਸਪੈਚ ਕਦੋਂ ਲਾਗੂ ਕੀਤਾ ਗਿਆ? ਅੱਜ ਦਾ ਚੌਥਾ ਪ੍ਰਸ਼ਨ ਹੈ ਜੀ, ਵੁੱਡ ਡਿਸਪੈਚ ਕਿਹਦੇ ਸਮੇਂ ਹੋਇਆ? ਪਹਿਲਾਂ ਤਾਂ ਗੱਲ ਕਰ ਲਈਏ ਤਾਂ ਲਾਰਡ ਡਲਹੌਜੀ ਦੇ ਸਮੇਂ ਹੀ ਹੋਇਆ ਸੀਗਾ। ਠੀਕ ਹੈ ਜੀ,
ਤਾਂ ਇਹਨੂੰ ਹੋਰ ਕੀ ਕਿਹਾ ਜਾਂਦਾ, ਇਹ ਸਿੱਖਿਆ ਨਾਲ ਸੰਬੰਧਿਤ ਸੀ, ਤਾਂ ਇਸ ਨੂੰ ਹੋਰ ਕੀ ਕਿਹਾ ਜਾਂਦਾ, ਵੁੱਡ ਡਿਸਪੈਚ ਨੂੰ ਭਾਰਤੀ ਸਿੱਖਿਆ ਦਾ ਮੈਗਨਾ ਕਾਰਟਾ ਕਿਹਾ ਜਾਂਦਾ। ਕੀ ਕਿਹਾ ਜਾਂਦਾ ਜੀ, ਮੈਗਨਾ ਕਾਰਟਾ। ਠੀਕ ਹੈ ਵਿਦਿਆਰਥੀ ਸਾਥੀਓ। ਅੱਗੇ ਆ ਵਿਦਿਆਰਥੀ ਸਾਥੀਓ, ਜੇਕਰ ਇਹਦੀ ਗੱਲ ਕਰੀਏ ਇਹ ਲਾਗੂ ਕਦੋਂ ਹੋਇਆ ਸੀ, ਏ ਤੇ ਆਪਸ਼ਨ 1857, ਬੀ ਤੇ 1867, ਸੀ ਤੇ ਆਪਣੇ ਕੋਲੇ 1854, ਡੀ ਤੇ ਆਪਣੇ ਕੋਲੇ 1871। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲੇ 1854 ਹੋ ਜਾਏਗਾ ਜੀ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ, ਭਾਰਤ ਵਿੱਚ ਪਹਿਲੀ ਵਾਰ ਡਾਕ ਟਿਕਟ ਦਾ ਪ੍ਰਚਲਨ ਕਦੋਂ ਹੋਇਆ ਸੀ। ਠੀਕ ਹੈ, ਡਾਕ ਤਾਰ ਮੈਂ ਪਹਿਲਾਂ ਵੀ ਬੋਲਦਾ ਹੁੰਨਾ, ਰੇਲਵੇ ਤੇ ਡਾਕ ਤਾਰ ਜਿਹੜੀ ਆ ਇੱਕੋ ਲਾਰਡ ਦੇ ਸਮੇਂ ਆਈ ਸੀ। ਲਾਰਡ ਕਿਹੜਾ ਸੀ ਜੀ, ਡਲਹੌਜੀ ਸੀਗਾ। ਠੀਕ ਹੈ ਜੀ, ਡਲਹੌਜੀ। ਤਾਂ ਇਹ ਅੱਗੜ ਪਿੱਛੜ ਸੀ, ਪਹਿਲਾਂ ਪਹਿਲੇ ਸਾਲ ਕਹਿ ਸਕਦੇ ਆ ਰੇਲਵੇ ਆ ਗਈ, ਉਸ ਤੋਂ ਅਗਲੇ ਸਾਲ ਡਾਕ ਟਿਕਟ ਜਾਂ ਡਾਕ ਤਾਰ ਆ ਗਈ ਸੀ। ਤਾਂ ਏ ਤੇ ਆਪਸ਼ਨ 1854, ਬੀ ਤੇ ਆਪਣੇ ਕੋਲੇ 1856, ਸੀ ਤੇ 1863 ਤੇ ਡੀ ਤੇ ਆਪਣੇ ਕੋਲੇ 1893। ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਏ ਆਪਸ਼ਨ ਆਪਣੇ ਕੋਲੇ 1854 ਈਸਵੀ ਤੇ 1853 ਚ ਪਹਿਲੀ ਟ੍ਰੇਨ ਚੱਲੀ ਸੀ ਮੁੰਬਈ ਤੋਂ ਲੈ ਕੇ ਥਾਣੇ ਦੇ ਵਿਚਕਾਰ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ 6 ਨੰਬਰ ਪ੍ਰਸ਼ਨ ਹੈ ਅੱਜ ਦਾ, ਅੰਗਰੇਜ਼ਾਂ ਦੀ ਰਾਜਧਾਨੀ ਸ਼ਿਮਲਾ ਕਿਸ ਗਵਰਨਰ ਜਨਰਲ ਨੇ ਬਣਾਈ ਸੀ। ਅੰਗਰੇਜ਼ ਕੀ ਕਰਦੇ ਸੀ, ਗਰਮੀਆਂ ਸਮੇਂ ਇਸ ਰਾਜਧਾਨੀ ਦੀ ਵਰਤੋਂ ਕਰਦੇ ਸੀਗੇ। ਠੀਕ ਹੈ, ਕਿਉਂਕਿ ਇਹ ਇਲਾਕਾ ਕੀ ਸੀਗਾ, ਠੰਡਾ ਇਲਾਕਾ ਸੀਗਾ। ਤਾਂ ਏ ਤੇ ਆਪਣੇ ਕੋਲੇ ਆਪਸ਼ਨ ਲਾਰਡ ਕਲਾਈਵ, ਬੀ ਤੇ ਮਾਊਂਟ ਬੈਟਨ, ਸੀ ਤੇ ਡਲਹੌਜੀ, ਡੀ ਤੇ ਆਪਣੇ ਕੋਲੇ ਵੈਲਚਲੀ। ਤਾਂ ਹੁਣ ਵਿਦਿਆਰਥੀ ਸਾਥੀਓ ਗੱਲ ਕਰ ਲਈਏ, ਇੱਕ ਤਾਂ ਰਾਜਧਾਨੀ ਪਲੱਸ ਸੈਨਾ ਦਾ ਜਿਹੜਾ ਮੁੱਖ ਦਫ਼ਤਰ ਹੈ, ਸੈਨਾ ਦਾ ਮੁੱਖ ਦਫ਼ਤਰ ਪਲੱਸ ਆਪਾਂ ਕਹਿ ਸਕਦੇ ਹਾਂ ਤੋਪਖਾਨਾ। ਠੀਕ ਹੈ, ਇਹ ਵੀ ਉੱਥੇ ਲੈ ਗਏ ਸੀਗੇ ਤੋਪਖਾਨਾ। ਇਹ ਵੀ ਜਿਹੜਾ ਸ਼ਿਮਲਾ ਚ ਲਿਜਾਇਆ ਜਾਂਦਾ ਅੰਗਰੇਜ਼ੀ ਰਾਜ ਦੇ ਦੌਰਾਨ। ਤਾਂ ਇਹਦਾ ਹੁਣ ਗਵਰਨਰ ਜਨਰਲ ਕੌਣ ਸੀ ਉਦੋਂ, ਆਪਾਂ ਕਹਿ ਸਕਦੇ ਹਾਂ ਤਾਂ ਡਲਹੌਜੀ ਸੀਗਾ ਜੀ, ਲਾਰਡ ਡਲਹੌਜੀ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ, ਭਾਰਤ ਦਾ ਅੰਗਰੇਜ਼ਾਂ ਅਧੀਨ ਬਣਨ ਵਾਲਾ ਅੰਤਿਮ ਗਵਰਨਰ ਜਨਰਲ ਕੌਣ ਹੈ। ਅੰਤਿਮ ਗਵਰਨਰ ਜਨਰਲ ਪੁੱਛਿਆ, ਵਾਇਸਰਾਏ ਨਹੀਂ ਪੁੱਛਿਆ। ਠੀਕ ਹੈ ਜੀ, ਤਾਂ ਇਹਦੀਆਂ ਆਪਣੇ ਕੋਲੇ ਆਪਸ਼ਨਾਂ ਕੀ ਪਈਆਂ, ਮਾਊਂਟ ਬੈਟਨ, ਬੀ ਤੇ ਆਪਣੇ ਕੋਲੇ ਕੈਨਿੰਗ, ਸੀ ਤੇ ਕਲਾਈਵ, ਡੀ ਤੇ ਚਾਰਲਸ ਮੈਟਸ। ਤਾਂ ਇਹਦਾ ਜੋ ਰਾਈਟ ਆਨਸਰ ਆਪਣੇ ਕੋਲੇ ਕੀ ਹੋ ਜਾਏਗਾ ਜੀ, ਕੈਨਿੰਗ। ਠੀਕ ਹੈ, ਇਹ ਕਹਾਂਗੇ ਆਪਾਂ ਅੰਤਿਮ ਗਵਰਨਰ ਜਨਰਲ ਸੀ। ਇਦੋਂ ਬਾਅਦ ਕੌਣ ਆ ਜਾਂਦਾ, ਤਾਜ ਸ਼ਾਸਨ ਆ ਜਾਂਦਾ, ਮਹਾਰਾਣੀ ਵਿਕਟੋਰੀਆ ਆ ਜਾਂਦੇ ਆ। ਠੀਕ ਹੈ ਜੀ, 1858 ਚ, ਜਦੋਂ 1857 ਚ ਵਿਦਰੋਹ ਹੁੰਦਾ, ਉਸ ਤੋਂ ਬਾਅਦ ਇਹ ਕੀ ਆ ਲਾਗੂ ਹੁੰਦਾ। ਕਈ ਵਿਦਿਆਰਥੀ ਲਾ ਰਹੇ ਹੋਣੇ ਨੇ ਕਿ ਕਲਾਈਵ ਸੀਗਾ, ਠੀਕ ਹੈ, ਜਾਂ ਕਹਿ ਰਹੇ ਹੋਣੇ ਨੇ ਮਾਊਂਟ ਬੈਟਨ। ਮਾਊਂਟ ਬੈਟਨ ਕੌਣ ਸੀਗਾ, ਅੰਤਿਮ ਜਿਹੜਾ ਵਾਇਸਰਾਏ ਸੀਗਾ। ਠੀਕ ਹੈ, ਅੰਤਿਮ ਵਾਇਸਰਾਏ ਬਣਦਾ 1947 ਦੇ ਵਿੱਚ। ਠੀਕ ਹੈ ਜੀ, ਵਾਇਸਰਾਏ। ਤਾਂ ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ 8 ਨੰਬਰ ਪ੍ਰਸ਼ਨ ਹੈ, ਮੁਗਲ ਸਮਰਾਟ ਦਾ ਪਦ ਕਿਸ ਗਵਰਨਰ ਜਨਰਲ ਸਮੇਂ ਸਮਾਪਤ ਕੀਤਾ ਗਿਆ। ਕਿ ਮੁਗਲ ਸਮਰਾਟ ਅੱਗੇ ਤੋਂ ਜਿਹੜੇ ਨੇ ਨਹੀਂ ਬਣਨਗੇ, ਤਾਂ ਉਹ ਕਿਹਦੇ ਰਾਜ ਵਿੱਚ ਇਹ ਲਾਗੂ ਕੀਤਾ ਗਿਆ ਸੀਗਾ। ਤਾਂ ਆਪਣੇ ਕੋਲੇ ਏ ਤੇ ਆਪਸ਼ਨ ਹੈ ਡਲਹੌਜੀ, ਬੀ ਤੇ ਕੈਨਿੰਗ, ਸੀ ਤੇ ਐਮਸਹੌਰਟ, ਡੀ ਤੇ ਆਪਣੇ ਕੋਲੇ ਕਲਾਈਵ। ਤਾਂ ਇਹਦਾ ਜੋ ਰਾਈਟ ਆਪਸ਼ਨ ਜਿਹੜੀ ਆਪਣੀ ਸਹੀ ਹੋ ਜਾਏਗੀ ਕੈਨਿੰਗ ਦੇ ਸਮੇਂ। ਠੀਕ ਹੈ ਜੀ, ਤਾਂ ਉਦੋਂ ਤਾਜ ਸ਼ਾਸਨ ਆ ਗਿਆ ਸੀ, ਮਹਾਰਾਣੀ ਵਿਕਟੋਰੀਆ ਆ ਗਈ ਸੀਗੀ। ਅੱਗੇ ਹੈ ਜੀ, ਡਾਕਟਰਾਈਨ ਆਫ ਲੈਪਸ ਨੀਤੀ ਕਿਸ ਗਵਰਨਰ ਨੇ ਖਤਮ ਕੀਤੀ ਸੀ, ਸਮਾਪਤ ਕਿੰਨੇ ਕੀਤੀ ਸੀ। ਸ਼ੁਰੂ ਕਰਨ ਵਾਲਾ ਤਾਂ ਡਲਹੌਜੀ ਸੀ, ਖਤਮ ਕਰਨ ਵਾਲਾ ਕੌਣ ਸੀਗਾ। ਏ ਤੇ ਆਪਸ਼ਨ ਆਪਣੇ ਕੋਲੇ ਲਾਰਡ ਡਲਹੌਜੀ, ਬੀ ਤੇ ਕੈਨਿੰਗ, ਸੀ ਤੇ ਲਾਰਡ ਰਿਪਨ, ਡੀ ਤੇ ਆਪਣੇ ਕੋਲੇ ਲਾਰਡ ਲਿਟਨ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਕੈਨਿੰਗ। ਠੀਕ ਹੈ ਜੀ, ਬੀ ਕੈਨਿੰਗ ਹੀ ਸੀ ਜਿਨਨੇ ਕੀ ਆ ਲੈਪਸ ਨੀਤੀ ਜਾਂ ਹੜੱਪ ਨੀਤੀ ਜਿਹੜੀ ਆ ਉਹ ਖਤਮ ਕਰ ਦਿੱਤੀ ਸੀ। ਅੱਗੇ ਹੈ ਜੀ, ਅਜਮੇਰ ਵਿੱਚ ਮੇਊ ਕਾਲਜ ਦੀ ਸਥਾਪਨਾ ਕਦੋਂ ਹੋਈ ਸੀ। ਇਹ ਤੇ ਆਪਸ਼ਨ ਆਪਣੇ ਕੋਲੇ 1872, ਬੀ ਤੇ ਆਪਣੇ ਕੋਲੇ 1879, ਸੀ ਤੇ 1899 ਤੇ ਡੀ ਤੇ ਆਪਣੇ ਕੋਲੇ 1808। ਤਾਂ ਵਿਦਿਆਰਥੀ ਸਾਥੀਓ, ਮੇਊ ਕਾਲਜ ਦੀ ਗੱਲ ਕਰੀਏ ਤਾਂ ਲਾਰਡ ਮੇਊ ਨੇ ਸ਼ੁਰੂ ਕਰਵਾਇਆ ਸੀ। ਠੀਕ ਹੈ ਜੀ, ਇਹਦੀ ਹੱਤਿਆ ਹੋ ਜਾਂਦੀ ਅੰਡੇਮਾਨ ਨਿਕੋਬਾਰ ਦੇ ਵਿੱਚ। ਤਾਂ ਕਦੋਂ ਹੋਈ ਸੀ ਸਥਾਪਨਾ, 1872 ਚ। ਉਦੋਂ ਹੀ ਕੀ ਹੁੰਦਾ, ਜਨਸੰਖਿਆ ਹੁੰਦੀ ਹੈ, ਕਾਊਂਟਿੰਗ ਕਰਦੇ ਨੇ, ਜਨਗਣਨਾ। ਠੀਕ ਹੈ ਜੀ, ਜਨਸੰਖਿਆ ਦੀ। ਤਾਂ ਇਹ ਕੀ ਹੈ, ਪੂਰੇ ਭਾਗਾਂ ਚ ਨਹੀਂ ਹੋ ਪਾਉਂਦੀ, ਪਰ ਫਿਰ ਉਸ ਤੋਂ ਬਾਅਦ ਕੀ ਹੁੰਦਾ, 1881 ਦੇ ਵਿੱਚ ਨਿਯਮਤ ਰੂਪ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਉਵੇਂ 10-10 ਸਾਲਾਂ ਬਾਅਦ ਹੋ ਜਾਂਦੀ ਹੈ। ਤਾਂ ਕਰੰਟ ਆਪਾਂ ਬੁੱਕਸ ਦੇ ਵਿੱਚ ਜਿਹੜੀ ਪੜ੍ਹਦੇ ਆ ਤਾਂ ਉਹ ਹੈਗੀ ਹੈ ਜੀ ਆਪਣੇ ਕੋਲੇ
2011 ਚ ਕੀਤੀ, ਹੁਣ 2021 ਚ ਹੋਣੀ ਸੀ, ਚੱਲ ਰਿਹਾ 2022। ਤਾਂ 2021 ਦੇ ਵਿੱਚ ਕੀ ਹੁੰਦਾ ਵਿਦਿਆਰਥੀ ਸਾਥੀਓ, ਕਰੋਨਾ ਦੇ ਕਰਕੇ ਹਾਲ ਦੀ ਘੜੀ ਉਸ ਨੂੰ ਟਾਲ ਦਿੱਤਾ ਜਾਂਦਾ। ਹੁਣ ਹੋ ਸਕਦਾ ਜਿਹੜੇ ਨਵੇਂ ਅੰਕੜੇ ਜਿਹੜੇ ਨੇ ਆਪਣੇ ਸਾਹਮਣੇ ਮੌਜੂਦ ਹੋਣ। ਤਾਂ 11ਵਾਂ ਪ੍ਰਸ਼ਨ ਹੈ ਜੀ, ਭਾਰਤ ਵਿੱਚ ਖੇਤੀਬਾੜੀ ਵਿਭਾਗ ਦੀ ਸਥਾਪਨਾ ਕਿਸ ਗਵਰਨਰ ਜਨਰਲ ਜਾਂ ਵਾਇਸਰਾਏ ਸਮੇਂ ਹੋਈ ਸੀ? ਖੇਤੀਬਾੜੀ ਵਿਭਾਗ ਪੁੱਛਿਆ ਜੀ, ਐਗਰੀਕਲਚਰ ਡਿਪਾਰਟਮੈਂਟ। ਏ ਤੇ ਲਾਰਡ ਮੇਊ, ਬੀ ਤੇ ਆਪਣੇ ਕੋਲੇ ਲਾਰਡ ਰਿਟਨ, ਸੀ ਤੇ ਆਪਣੇ ਕੋਲੇ ਲਾਰਡ ਰਿਪਨ, ਡੀ ਤੇ ਹੈ ਜੀ ਲਾਰਡ ਨਾਰਥਲੁੱਕ। ਤਾਂ ਇਹਦਾ ਜੋ ਆਪਣੇ ਕੋਲੇ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਮੇਊ। ਇਹਦੇ ਸਮੇਂ ਕੀ ਹੋਇਆ ਸੀ ਜੀ, ਐਗਰੀਕਲਚਰ ਦੀ ਜਿਹੜੀ ਆ ਵਿਭਾਗ ਦੀ ਯਾਨੀ ਕਿ ਐਗਰੀਕਲਚਰ ਡਿਪਾਰਟਮੈਂਟ ਦੀ ਸਥਾਪਨਾ ਕੀਤੀ ਗਈ ਸੀ। ਪ੍ਰਸਿੱਧ ਕੁੱਕਾ ਅੰਦੋਲਨ ਕਿਸ ਵਾਇਸਰਾਏ ਸਮੇਂ ਹੋਇਆ ਸੀ? ਰਾਮ ਸਿੰਘ ਕੁੱਕਾ ਵਾਲੇ ਸੀਗੇ ਜਿਹੜੇ, ਠੀਕ ਹੈ ਜੀ, ਗੁਰੂ ਨੂੰ ਯਾਦ ਕਰਦੇ ਸੀ ਕੁੱਕਾ ਮਾਰ ਮਾਰ ਕੇ। ਇਹ ਤੇ ਆਪਣੇ ਕੋਲੇ ਆਪਸ਼ਨ ਲਾਰਡ ਨਾਰਥਬਰੁਕ, ਬੀ ਤੇ ਲਾਰਡ ਲਿਟਨ, ਸੀ ਤੇ ਲਾਰਡ ਹਾਰਡਿੰਗ, ਡੀ ਤੇ ਆਪਣੇ ਕੋਲੇ ਲਾਰਡ ਡਲਹੌਜੀ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਏ ਆਪਸ਼ਨ ਆਪਣੇ ਕੋਲੇ ਲਾਰਡ ਨਾਰਥਬਰੁਕ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ ਜੀ, ਵਰਨਕੂਲਰ ਪ੍ਰੈਸ ਐਕਟ ਕਿਸ ਵਾਇਸਰਾਏ ਸਮੇਂ ਲਾਗੂ ਹੋਇਆ ਸੀ? ਪਹਿਲਾਂ ਤਾਂ ਆਪਾਂ ਵੇਖ ਲਈਏ ਇਹ ਚੀਜ਼ ਕੀ ਸੀਗਾ। ਇਹ ਐਕਟ ਸੀਗਾ ਜੀ, ਦੇਸੀ ਭਾਸ਼ਾਵਾਂ ਦੀਆਂ ਸਾਰੀਆਂ ਅਖਬਾਰਾਂ ਕੀ ਨੇ ਬੰਦ ਕਰ ਦਿੱਤੀਆਂ ਜਾਂਦੀਆਂ, ਠੀਕ ਹੈ। ਦੇਸੀ ਜਿਵੇਂ ਆਪਾਂ ਕਹਿ ਲਈਏ ਪੰਜਾਬੀ, ਸੰਥਾਲੀ, ਡੋਗਰੀ, ਬੋਡੋ ਡੋਗਰੀ ਜਾਂ ਕੰਨੜ, ਕੋਈ ਹੋਰ ਲੈਂਗੁਏਜ ਜਿਹੜੀਆਂ ਦੇਸੀ ਸੀ, ਸਿਰਫ ਤੇ ਸਿਰਫ ਕਿਹਾ ਗਿਆ ਕਿ ਇੰਗਲਿਸ਼ ਅਖਬਾਰ ਹੀ ਜਿਹੜੇ ਨੇ ਛਪਣੇ ਚਾਹੀਦੇ ਨੇ, ਠੀਕ ਹੈ ਜੀ। ਅੰਗਰੇਜ਼ੀ ਅਖਬਾਰ ਹੀ ਕਹਿ ਦਿੱਤਾ ਕਿ ਇਹ ਅੰਗਰੇਜ਼ੀ ਅਖਬਾਰ ਹੀ ਜਿਹੜੇ ਆ ਛਪਣੇ ਚਾਹੀਦੇ ਨੇ। ਤਾਂ ਇਹਦੀ ਜਿਹੜੀ ਹੈਲਪ ਆਪਾਂ ਕਹਿ ਸਕਦੇ ਆ, ਮਤਲਬ ਸਮਰਥਨ ਕੀਤਾ ਸੀਗਾ ਪਾਇਨੀਅਰ ਨਿਊਜ਼ਪੇਪਰ ਸੀਗਾ ਇੱਕ, ਠੀਕ ਹੈ ਜੀ, ਪਾਇਨੀਅਰ। ਤਾਂ ਪੇਪਰ 'ਚ ਪੁੱਛ ਸਕਦੇ ਆ ਕਿ ਜਿਹੜਾ ਇਸ ਦੀ ਸਪੋਰਟ ਕਿੰਨੇ ਕੀਤੀ ਸੀ, ਤਾਂ ਉਹ ਪਾਇਨੀਅਰ ਨਿਊਜ਼ਪੇਪਰ ਸੀਗਾ, ਉਹਨਾਂ ਨੇ ਕਰੀ ਸੀਗੀ। ਤਾਂ ਆਪਣੇ ਕੋਲੇ ਇਹਦੀਆਂ ਆਪਸ਼ਨਾਂ ਕੀ ਨੇ? ਏ ਤੇ ਹੈ ਲਾਰਡ ਲਿਟਨ, ਬੀ ਤੇ ਹੈ ਲਾਰਡ ਰਿਪਨ, ਸੀ ਤੇ ਹੈ ਲਾਰਡ ਡਲਹੌਜੀ ਤੇ ਡੀ ਤੇ ਆਪਣੇ ਕੋਲੇ ਮੇਜਰ ਬਰਾਡ ਫੁੱਟ। ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਲਿਟਨ, ਠੀਕ ਹੈ ਜੀ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਕਿਸ ਵਾਇਸਰਾਏ ਨੇ ICS ਪ੍ਰੀਖਿਆ ਲਈ ਸਾਲ ਜਿਹੜੇ ਨੇ 19 ਤੋਂ ਵਧਾ ਕੇ 21 ਕਰ ਦਿੱਤੀ ਸੀਗੀ? ਪ੍ਰੀਖਿਆ ਜਿਹੜੀ ਹੈ 19 ਸਾਲਾਂ ਨਹੀਂ, ਹੁਣ ਤਾਂ 21 ਸਾਲਾਂ ਦੇ ਹੀ ਦੇ ਸਕਦੇ ਹਨ। ਤਾਂ ਏ ਤੇ ਆਪਣੇ ਕੋਲੇ ਲਾਰਡ ਰਿਪਨ, ਬੀ ਤੇ ਆਪਣੇ ਕੋਲੇ ਲਾਰਡ ਲਿਟਨ, ਸੀ ਤੇ ਆਪਣੇ ਕੋਲੇ ਲਾਰਡ ਡਫਰਿਨ, ਡੀ ਤੇ ਆਪਣੇ ਕੋਲੇ ਲਾਰਡ ਕਰਜਨ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਉਹ ਹੋ ਜਾਏਗਾ ਏ ਲਾਰਡ ਰਿਪਨ। ਇਹਦੇ ਸਮੇਂ ਹੋਇਆ ਸੀ 1881 ਚ, ਜਿਹੜੀ ਨਿਯਮਤ ਰੂਪ ਨਾਲ ਜਨਗਣਨਾ ਹੋਣੀ ਸ਼ੁਰੂ ਹੋ ਗਈ ਸੀ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ 15 ਨੰਬਰ ਪ੍ਰਸ਼ਨ ਹੈ, ਕਿਸ ਵਾਇਸਰਾਏ ਨੂੰ ਭਾਰਤ ਦਾ ਉਦਾਰਵਾਦੀ ਵਾਇਸਰਾਏ ਕਿਹਾ ਜਾਂਦਾ ਹੈ? ਉਦਾਰਵਾਦੀ ਕੌਣ ਸੀ ਜੀ? ਜੋ ਭਾਰਤੀਆਂ ਦੇ ਹਿੱਤ ਦੀ ਸੋਚਦਾ ਹੋਵੇ, ਠੀਕ ਹੈ ਜੀ, ਮਤਲਬ ਠੰਡੇ ਸੁਭਾਅ ਦਾ ਆਪਾਂ ਕਹਿ ਸਕਦੇ ਹਾਂ। ਤਾਂ ਆਪਣੇ ਕੋਲੇ ਏ ਤੇ ਆਪਸ਼ਨ ਹੈ ਲਾਰਡ ਰਿਪਨ, ਬੀ ਤੇ ਆਪਣੇ ਕੋਲੇ ਲਾਰਡ ਡਫਰਿਨ, ਸੀ ਤੇ ਆਪਣੇ ਕੋਲੇ ਲਾਰਡ ਮਾਊਂਟਬੈਟਨ, ਡੀ ਤੇ ਲਾਰਡ ਕਲਾਈਵ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਆਪਣੇ ਕੋਲੇ ਏ ਆਪਸ਼ਨ ਹੋ ਜਾਏਗਾ, ਆ ਪਿਆ ਜੀ ਲਾਰਡ ਰਿਪਨ। ਤਾਂ ਲਾਰਡ ਰਿਪਨ ਜਿਹੜਾ ਸੀ, ਇਸ ਨੂੰ ਕਿਹਾ ਗਿਆ ਉਦਾਰਵਾਦੀ ਵਾਇਸਰੋਏ। ਗੱਲ ਕਰ ਲਈਏ ਕਿੰਨੇ ਕਿਹਾ ਸੀ, ਤਾਂ ਫਲੋਰੈਂਸ ਨਾਈਟੈਂਗਲ ਇੱਕ ਬੰਦਾ ਸੀਗਾ, ਠੀਕ ਹੈ ਜੀ, ਉਹਨੇ ਕਿਹਾ ਸੀ। ਫਲੋਰੈਂਸ ਨਾਈਟਗੇਲ ਸੀਗਾ ਜੀ, ਠੀਕ ਹੈ, ਨਾਈਟੈਂਗਲ ਨਹੀਂ ਨਾਈਟਗੇਲ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ 16 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਿਸ ਗਵਰਨਰ ਜਨਰਲ ਵਾਇਸਰਾਏ ਸਮੇਂ ਹੋਈ ਸੀ? ਏ ਤੇ ਆਪਸ਼ਨ ਆਪਣੇ ਕੋਲੇ ਲਾਰਡ ਡਫਰਿਨ, ਬੀ ਤੇ ਲਾਰਡ ਅਰਵਿਨ ਜਾਂ ਇਰਵਿਨ ਵੀ ਕਹਿੰਦੇ ਨੇ ਇਹਨੂੰ, ਸੀ ਤੇ ਲਾਰਡ ਮਾਊਂਟਬੈਟਨ, ਡੀ ਤੇ ਆਪਣੇ ਕੋਲੇ ਲਾਰਡ ਕਲਾਈਵ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਏ ਆਪਸ਼ਨ ਹੈ। ਸਭ ਤੋਂ ਪੁਰਾਣੀ ਪਾਰਟੀ ਹੈ ਭਾਰਤੀ ਰਾਸ਼ਟਰੀ ਕਾਂਗਰਸ, 1885 ਚ ਬਣੀ ਸੀ। ਕਦੋਂ ਬਣੀ ਸੀ? 1885 ਚ। ਬਣਨੀ ਤਾਂ ਪੂਨੇ ਸੀਗੀ, ਮਤਲਬ ਇਹਦੀ ਮੀਟਿੰਗ ਤਾਂ ਪੂਨੇ ਪਹਿਲੀ ਹੋਣੀ ਸੀ, ਪਰ ਉੱਥੇ ਕੀ ਆ, ਬਿਮਾਰੀ ਫੈਲ ਜਾਂਦੀ ਹੈ ਪਲੇਗ ਦੀ, ਪੱਪੇ ਤੋਂ ਯਾਦ ਰੱਖ ਲਿਓ, ਠੀਕ ਹੈ। ਤਾਂ ਫਿਰ ਕਿੱਥੇ ਇਹਨੂੰ ਕੀਤਾ ਜਾਂਦਾ ਸ਼ਿਫਟ? ਮੁੰਬਈ ਦੇ ਵਿੱਚ, ਠੀਕ ਹੈ ਜੀ। ਅੱਗੇ ਹੈ ਜੀ ਆਪਣੇ ਕੋਲੇ 17 ਨੰਬਰ ਪ੍ਰਸ਼ਨ ਹੈ, ਭਾਰਤ ਨੂੰ ਤਲਵਾਰ ਦੇ ਦਮ ਤੇ ਜਿੱਤਿਆ ਹੈ ਤੇ ਤਲਵਾਰ ਦੇ ਦਮ ਤੇ ਹੀ ਇਸ ਦੀ ਰੱਖਿਆ ਕੀਤੀ ਜਾਵੇਗੀ। ਇਹ ਸ਼ਬਦ ਕਿੰਨੇ ਕਹੇ ਸੀਗੇ? ਏ ਤੇ ਲਾਰਡ ਡਲਹੌਜੀ, ਬੀ ਤੇ ਆਪਣੇ ਕੋਲੇ ਲਾਰਡ ਐਲਗਿਨ ਦੂਜਾ, ਸੀ ਤੇ ਲਾਰਡ ਕਰਜਨ, ਡੀ ਤੇ ਆਪਣੇ ਕੋਲੇ ਲਾਰਡ ਚੈਮਸਫੋਰਡ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਆਪਣੇ ਕੋਲੇ ਬੀ ਆਪਸ਼ਨ ਹੈ ਲਾਰਡ ਐਲਗਿਨ ਦੂਜਾ।
ਠੀਕ ਹੈ ਜੀ। ਤਾਂ ਇਹੀ ਬੰਦਾ ਸੀਗਾ ਜਿਹਨੇ ਕਿਹਾ ਸੀ ਕਿ ਭਾਰਤ ਨੂੰ ਤਲਵਾਰ ਦੇ ਦਮ ਤੇ ਜਿੱਤਿਆ ਤੇ ਤਲਵਾਰ ਦੇ ਦਮ ਤੇ ਹੀ ਇਹਦੀ ਕੀ ਹੈ ਰੱਖਿਆ ਕੀਤੀ ਜਾਵੇਗੀ। ਇਹ ਕਹਿ ਲਈਏ ਇਹਦਾ ਸ਼ਾਸਨਕਾਲ ਕਦੋਂ ਤੱਕ ਸੀਗਾ 1894 ਤੋਂ ਲੈ ਕੇ ਤੇ 1899 ਤੱਕ ਸੀਗਾ। ਠੀਕ ਹੈ ਜੀ। ਤਾਂ ਅੱਗੇ ਦੇਖਦੇ ਹਾਂ ਜੀ ਆਪਾਂ। ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਭਾਰਤ ਵਿੱਚ ਸਿੰਚਾਈ ਆਯੋਗ ਦੀ ਸਥਾਪਨਾ ਕਿਸ ਵਾਇਸਰਾਏ ਨੇ ਕਰਵਾਈ ਸੀ? ਸਿੰਚਾਈ ਆਯੋਗ, ਠੀਕ ਹੈ ਜੀ। ਇਰੀਗੇਸ਼ਨ ਕਹਿ ਸਕਦੇ ਆਪਾਂ, ਇਰੀਗੇਸ਼ਨ ਡਿਪਾਰਟਮੈਂਟ ਕਹਿ ਲਈਏ ਜਾਂ ਇਰੀਗੇਸ਼ਨ ਮੈਥਡ ਕਹਿ ਲਈਏ, ਠੀਕ ਹੈ ਜੀ। ਤਾਂ ਇਹਦੀ ਜਿਹੜੀ ਸਥਾਪਨਾ ਕਿੰਨੇ ਕਰਵਾਈ ਸੀ? ਏ ਤੇ ਆਪਣੇ ਕੋਲੇ ਲਾਰਡ ਕਰਜਨ, ਬੀ ਤੇ ਆਪਣੇ ਕੋਲੇ ਲਾਰਡ ਡਲਹੌਜੀ, ਸੀ ਤੇ ਆਪਣੇ ਕੋਲੇ ਲਾਰਡ ਐਮਸਹੌਟ, ਡੀ ਤੇ ਆਪਣੇ ਕੋਲੇ ਲਾਰਡ ਲੈਂਸਡਾਊਨ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਆਪਣੇ ਕੋਲੇ, ਇਹਦਾ ਰਾਈਟ ਆਨਸਰ ਹੋਏਗਾ ਏ, ਠੀਕ ਹੈ ਜੀ। ਤਾਂ 1901 ਦੇ ਵਿੱਚ ਇਹ ਹੋਈ ਸੀਗੀ ਜੀ। ਤਾਂ ਇਹਦਾ ਜੋ ਪ੍ਰਧਾਨ ਬਣਾਇਆ ਸੀ ਤਾਂ ਉਹ ਕਾਲਿਨ ਸਟਾਕ ਨੂੰ ਬਣਾਇਆ ਸੀ ਤੇ ਲਾਰਡ ਕਰਜਨ ਦੇ ਵੇਲੇ ਵਿੱਚ ਹੋਈ ਸੀਗੀ ਜੀ। ਅੱਗੇ ਹੈ ਜੀ ਬੰਗਾਲ ਵੰਡ ਕਿਸ ਵਾਇਸਰਾਏ ਸਮੇਂ ਹੋਈ ਸੀ? ਬੰਗਾਲ ਦੀ ਵੰਡ ਕਦੋਂ ਹੋਈ ਸੀ? 1905 ਚ। 1911 ਚ ਕੀ ਹੋ ਗਿਆ ਸੀ? ਇਹਨੂੰ ਰੱਦ ਕਰ ਦਿੱਤਾ ਸੀ। ਤੇ 1912 ਚ ਦਿੱਲੀ ਨੂੰ ਕੀ ਕਰਦੇ ਨੇ? ਰਾਜਧਾਨੀ ਬਣਾ ਦਿੰਦੇ ਨੇ। ਤੇ ਰਾਜਧਾਨੀ ਬਣਨ ਦੇ ਨਾਲ ਹੀ ਆਪਾਂ ਕਹਿ ਸਕਦੇ ਜਿਹੜੀ ਬੰਗਾਲ ਦੀ ਵੰਡ ਹੋਈ ਸੀਗੀ ਉਹ ਹੋਈ ਸੀ ਸੰਪਰਦਾਇਕ ਵੰਡ ਹੋਈ ਸੀ, ਹਿੰਦੂ ਤੇ ਮੁਸਲਮਾਨਾਂ ਨੂੰ ਵੰਡਿਆ ਗਿਆ ਸੀ। ਠੀਕ ਹੈ ਜੀ, ਹਿੰਦੂ ਤੇ ਮੁਸਲਮਾਨਾਂ ਨੂੰ। ਤਾਂ ਕਿਹੜੇ ਵਾਇਸਰਾਏ ਦੇ ਸਮੇਂ ਹੋਈ ਸੀ? ਇਹ ਤੇ ਆਪਣੇ ਕੋਲੇ ਲਾਰਡ ਕਰਜਨ, ਬੀ ਤੇ ਲਾਰਡ ਡਲਹੌਜੀ, ਸੀ ਤੇ ਲਾਰਡ ਕਾਰਨਵਾਲਿਸ, ਡੀ ਤੇ ਆਪਣੇ ਕੋਲੇ ਲਾਰਡ ਚੈਮਸਫੋਰਡ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਰਾਈਟ ਹੋ ਜਾਏਗੀ ਜੀ, ਲਾਰਡ ਕਰਜਨ ਦੇ ਸਮੇਂ ਬੰਗਾਲ ਦੀ ਜਿਹੜੀਆਂ ਵੰਡ ਹੁੰਦੀਆਂ। ਅੱਗੇ ਜੀ ਆਪਣੇ ਕੋਲੇ ਅੱਜ ਦਾ 20 ਨੰਬਰ ਪ੍ਰਸ਼ਨ ਹੈ, ਬ੍ਰਿਟੇਨ ਦਾ ਰਾਜਾ ਜਾਰਜ ਪੰਚਮ ਕਿਸ ਵਾਇਸਰਾਏ ਸਮੇਂ ਭਾਰਤ ਆਇਆ ਸੀਗਾ? ਤਾਂ ਇਹ ਤੇ ਆਪਣੇ ਕੋਲੇ ਲਾਰਡ ਹਾਰਡਿੰਗ ਪਹਿਲਾ, ਬੀ ਤੇ ਲਾਰਡ ਹਾਰਡਿੰਗ ਦੂਜਾ, ਸੀ ਤੇ ਲਾਰਡ ਚੈਮਸਫੋਰਡ, ਡੀ ਤੇ ਆਪਣੇ ਕੋਲੇ ਲਾਰਡ ਮਿੰਟੋ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਸੌਰੀ ਵਿਦਿਆਰਥੀ ਸਾਥੀਓ, ਇਹਦਾ ਰਾਈਟ ਆਨਸਰ ਆਪਣੇ ਕੋਲੇ ਬੀ ਆਪਸ਼ਨ ਹੋਏਗੀ, ਲਾਰਡ ਹਾਰਡਿੰਗ ਦੂਜਾ ਸੀਗਾ। ਠੀਕ ਹੈ ਜੀ, ਲਾਰਡ ਹਾਰਡਿੰਗ ਦੂਜਾ, ਇੱਕ ਪਹਿਲਾ ਹੋਇਆ ਤੇ ਇੱਕ ਹੋਇਆ ਆਪਣੇ ਕੋਲੇ ਦੂਜਾ ਹੋਇਆ ਲਾਰਡ ਹਾਰਡਿੰਗ। ਤਾਂ ਇਹ ਚੀਜ਼ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲਦੀ। ਅੱਗੇ ਹੈ ਜੀ ਆਪਾਂ ਇਹਨੂੰ ਰਿਪੀਟ ਵੀ ਕਰ ਚੁੱਕੇ ਹਾਂ, ਮੈਂ ਪ੍ਰਸ਼ਨ ਨੂੰ ਪਹਿਲਾਂ ਵੀ ਬੋਲ ਚੁੱਕਿਆ। ਦਿੱਲੀ ਰਾਜਧਾਨੀ ਕਦੋਂ ਬਣਿਆ ਸੀਗਾ? ਇਹ ਤੇ ਆਪਣੇ ਕੋਲੇ ਆਪਸ਼ਨ 1911, ਬੀ ਤੇ 1912, ਸੀ ਤੇ 1905, ਡੀ ਤੇ 1919। ਤਾਂ ਜੋ ਇਹਦਾ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲੇ ਬੀ ਆ। 1912 ਚ ਕੀ ਕਰਦੇ ਨੇ? ਦਿੱਲੀ ਨੂੰ ਰਾਜਧਾਨੀ ਬਣਾ ਦਿੰਦੇ ਨੇ। ਅੱਗੇ ਹੈ ਜੀ 22 ਨੰਬਰ ਪ੍ਰਸ਼ਨ ਹੈ, ਸੈਡਲਰ ਆਯੋਗ ਦਾ ਗਠਨ ਕਦੋਂ ਹੋਇਆ ਸੀ? ਸੈਡਲਰ ਆਯੋਗ, ਜੇਕਰ ਆਪਾਂ ਗੱਲ ਕਰ ਲਈਏ ਸੈਡਲਰ ਆਯੋਗ, ਤਾਂ ਸੈਡਲਰ ਆਯੋਗ ਸੀਗਾ ਜੀ ਸਿੱਖਿਆ ਸੰਬੰਧੀ। ਠੀਕ ਹੈ ਜੀ, ਸਿੱਖਿਆ ਨਾਲ ਇਹਦਾ ਲਿੰਕ ਸੀਗਾ। ਹੁਣ ਇਹਦਾ ਗਠਨ ਕਦੋਂ ਹੋਇਆ ਸੀਗਾ? ਤਾਂ ਆਪਣੇ ਕੋਲੇ ਏ ਤੇ ਆਪਸ਼ਨ ਹੈ 1919, ਬੀ ਤੇ 1917, ਸੀ ਤੇ 1930, ਡੀ ਤੇ ਆਪਣੇ ਕੋਲੇ 1920 ਨੰਬਰ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲੇ ਬੀ ਆਪਸ਼ਨ ਹੈ ਜੀ 1917। ਠੀਕ ਹੈ ਜੀ, 1917 ਸਮੇਂ ਕੀ ਹੁੰਦਾ? ਸੈਡਲਰ ਆਯੋਗ ਦਾ ਗਠਨ ਕੀਤਾ ਜਾਂਦਾ ਹੈ। ਤਾਂ ਉਦੋਂ ਬੰਦਾ ਕੌਣ ਸੀਗਾ? ਉਦੋਂ ਸੀਗਾ ਜੀ ਚੈਮਸਫੋਰਡ। ਠੀਕ ਹੈ ਜੀ, ਚੈਮਸਫੋਰਡ। ਤਾਂ ਇਹਦਾ ਸ਼ਾਸਨ ਕਿੰਨੇ ਤੋਂ ਕਿੰਨੇ ਤੱਕ ਸੀਗਾ? ਇਹਦਾ 1916 ਤੋਂ ਲੈ ਕੇ ਤੇ 21 ਤੱਕ ਚੱਲਿਆ ਸੀ। ਤਾਂ ਹੀ 1917 ਚ ਇਹਦੇ ਸਮੇਂ ਸੈਡਲਰ ਆਯੋਗ ਦਾ ਗਠਨ ਕੀਤਾ ਗਿਆ ਸੀ। ਅੱਗੇ ਹੈ ਜੀ ਰੋਲਟ ਐਕਟ ਕਦੋਂ ਪਾਸ ਕੀਤਾ ਗਿਆ? ਏ ਤੇ ਆਪਣੇ ਕੋਲੇ ਆਪਸ਼ਨ 1920, ਬੀ ਤੇ ਆਪਣੇ ਕੋਲੇ 1925, ਸੀ ਤੇ ਆਪਣੇ ਕੋਲੇ 1919 ਤੇ ਡੀ ਤੇ ਆਪਣੇ ਕੋਲੇ 1930। ਤਾਂ ਸੀ ਜਿਹੜਾ ਆਪਸ਼ਨ ਹੈ ਇਹਦਾ ਬਿਲਕੁਲ ਰਾਈਟ ਹੋ ਜਾਏਗਾ 1919। ਤਾਂ ਇਹਨੂੰ ਕਿਹਾ ਗਿਆ ਸੀਗਾ ਵੀ ਨਾ ਦਲੀਲ ਨਾ ਵਕੀਲ। ਠੀਕ ਹੈ ਜੀ, ਨਾ ਹੀ ਅਪੀਲ ਵਾਲਾ ਐਕਟ ਸੀਗਾ। ਇਹ ਐਕਟ ਦੇ ਵਿੱਚ ਇਹ ਹੋਇਆ ਸੀਗਾ ਵੀ ਬਿਨਾਂ ਕਾਰਨ ਦੱਸੇ, ਬਿਨਾਂ ਮਤਲਬ ਕਿ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਅੰਗਰੇਜ਼ ਕਿਸੇ ਵੀ ਅਧਿਕਾਰੀ ਨੂੰ ਕੀ ਸੀਗੇ? ਗ੍ਰਿਫਤਾਰ ਕਰ ਸਕਦੇ ਸਨ। ਜਿਸ ਦੇ ਕਰਕੇ ਕੀ ਹੈ ਅੰਮ੍ਰਿਤਸਰ ਦੇ ਵਿੱਚ ਇਸ ਦੀ ਇੱਕ ਸਭਾ ਵੀ ਬੁਲਾਈ ਗਈ ਸੀਗੀ। ਜ਼ਿਲ੍ਹਿਆਂਵਾਲਾ ਬਾਗ ਕਾਂਡ ਕਿਸ ਵਾਇਸਰਾਏ ਸਮੇਂ ਹੋਇਆ ਸੀ? ਇਹ ਤੇ ਆਪਣੇ ਕੋਲੇ ਆਪਸ਼ਨ ਲਾਰਡ ਚੈਮਸਫੋਰਡ, ਬੀ ਤੇ ਆਪਣੇ ਕੋਲੇ ਲਾਰਡ ਰੀਡਿੰਗ, ਸੀ ਤੇ ਆਪਣੇ ਕੋਲੇ ਲਾਰਡ ਅਰਵਿੰਦ ਤੇ ਡੀ ਤੇ ਆਪਣੇ ਕੋਲੇ ਲਾਰਡ ਵੈਲਿੰਗਟਨ। ਤਾਂ ਇਹਦਾ ਜੋ ਆਪਣੇ ਕੋਲ ਰਾਈਟ ਆਪਸ਼ਨ ਹੈ ਜੋ ਚੈਮਸਫੋਰਡ ਹੋ ਜਾਏਗੀ ਜੀ। 1916 ਤੋਂ ਲੈ ਕੇ ਤੇ 1921 ਤੱਕ ਇਹੀ ਬੰਦਾ ਰਹਿੰਦਾ। ਤਾਂ 1919 ਚ ਹੋਇਆ ਸੀ ਜ਼ਿਲ੍ਹਿਆਂਵਾਲਾ ਬਾਗ ਦਾ ਜੋ ਖੂਨੀ ਸਾਕਾ ਹੋਇਆ ਸੀ। ਤਾਂ ਉਦੋਂ ਵੀ ਵਾਇਸਰਾਏ ਲਾਰਡ ਜਿਹੜਾ ਚੈਮਸਫੋਰਡ ਹੀ ਸੀਗੇ ਜੀ। ਅੱਗੇ ਵਿਦਿਆਰਥੀ ਸਾਥੀਓ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਖਿਲਾਫਤ ਅੰਦੋਲਨ ਤੇ ਅਸਹਿਯੋਗ ਅੰਦੋਲਨ। ਖਿਲਾਫਤ ਅੰਦੋਲਨ ਉਹੀ ਜਿਹਦੇ ਵਿੱਚ ਕੀ ਹੁੰਦਾ?
ਮੁਸਲਮਾਨਾਂ ਦੇ ਆਪਾਂ ਕਹਿ ਲਈਏ ਹੈੱਡ ਕਹਿ ਲਈਏ ਜਾਂ ਗੁਰੂ ਕਹਿ ਲਈਏ, ਖਲੀਫਾ ਜੀ ਸੀਗੇ, ਜਿਨ੍ਹਾਂ ਨੂੰ ਕੀ ਨੇ ਅੰਗਰੇਜ਼ ਉਹਨਾਂ ਦੇ ਨਾਲ ਧੱਕਾ ਕਰਦੇ ਨੇ। ਅਸਹਿਯੋਗ ਅੰਦੋਲਨ ਜਿਹੜਾ ਸੀ ਇਹ ਹੈਗਾ ਸੀਗਾ ਸਹਿਯੋਗ ਨਹੀਂ ਦੇਣਾ ਅੰਗਰੇਜ਼ਾਂ ਦਾ, ਠੀਕ ਹੈ ਜੀ। ਇਹ ਅਲੱਗ-ਅਲੱਗ ਸਮੇਂ ਚੱਲੇ ਸੀਗੇ। ਜਿਹੜਾ ਤਾਂ ਖਿਲਾਫਤ ਸੀ ਉਹ ਚੱਲਿਆ ਸੀ 1919 ਤੋਂ ਲੈ ਕੇ ਤੇ 1922 ਤੱਕ, ਠੀਕ ਹੈ ਜੀ। ਤੇ ਜਿਹੜਾ ਅਸਹਿਯੋਗ ਸੀ ਉਹ 1920 ਤੋਂ ਲੈ ਕੇ ਤੇ 22 ਤੱਕ ਚੱਲਦਾ। ਤਾਂ ਉਦੋਂ ਜਿਹੜਾ ਵਾਇਸਰਾਏ ਕਿਹੜਾ ਸੀਗਾ, ਤਾਂ ਆਪਣੇ ਕੋਲੇ ਆਪਸ਼ਨਾਂ ਨੇ ਜੀ, ਏ ਤੇ ਆ ਲਾਰਡ ਵੈਲਿੰਗਟਨ, ਸੀ ਤੇ ਬੀ ਤੇ ਆਪਣੇ ਕੋਲੇ ਲਾਰਡ ਅਰਵਿਨ, ਸੀ ਤੇ ਆਪਣੇ ਕੋਲੇ ਲਾਰਡ ਚੈਮਸਫੋਰਡ, ਡੀ ਤੇ ਆ ਲਾਰਡ ਰੀਡਿੰਗ। ਤਾਂ ਇਹਦਾ ਜੋ ਰਾਈਟ ਆਪਣੇ ਕੋਲੇ ਆਪਸ਼ਨ ਸਹੀ ਹੋ ਜਾਏਗੀ ਲਾਰਡ ਚੈਮਸਫੋਰਡ। ਚੋਰਾ ਚੋਰੀ ਦੀ ਘਟਨਾ ਕਿਸ ਵਾਇਸਰਾਏ ਸਮੇਂ ਹੋਈ ਸੀਗੀ, ਜਿਹਦੇ ਚ ਚੋਰਾ ਚੋਰੀ ਦੀ ਘਟਨਾ ਚ ਕੀ ਹੁੰਦਾ, ਗਾਂਧੀ ਜੀ ਜਿਹੜਾ ਆਪਣਾ ਅੰਦੋਲਨ ਨੇ ਉਹ ਤਿਆਗ ਦਿੰਦੇ ਨੇ, ਮਤਲਬ ਇੱਕ ਵਾਰੀ ਕੀ ਨੇ ਟਾਲ ਦਿੰਦੇ ਨੇ। ਚੋਰਾ ਚੋਰੀ ਦੀ ਘਟਨਾ ਦੇ ਵਿੱਚ ਕੀ ਹੁੰਦਾ, 22 ਜਿਹੜੇ ਨੇ ਅੰਗਰੇਜ਼ ਮਾਰੇ ਜਾਂਦੇ ਨੇ, ਥਾਣਿਆਂ ਦੇ ਵਿੱਚ ਜਾ ਕੇ ਮਾਰ ਦਿੱਤਾ ਜਾਂਦਾ। ਹਿੰਦੂ ਜਿਹੜੇ ਨੇ ਜਾਂ ਆਪਾਂ ਕਹਿ ਸਕਦੇ ਹਾਂ ਹਿੰਦੂ ਕ੍ਰਾਂਤੀਕਾਰੀਆਂ ਨੇ ਮਾਰ ਦਿੱਤਾ ਸੀਗਾ। ਇਹ ਤੇ ਆਪਣੇ ਕੋਲੇ ਆਪਸ਼ਨ ਲਾਰਡ ਰੀਡਿੰਗ, ਬੀ ਤੇ ਆਪਣੇ ਕੋਲੇ ਲਾਰਡ ਹਾਰਡਿੰਗ, ਸੀ ਤੇ ਲਾਰਡ ਕੈਨਿੰਗ, ਡੀ ਤੇ ਆਪਣੇ ਕੋਲੇ ਲਾਰਡ ਡਫਰਿੰਗ। ਤਾਂ ਇਹਦਾ ਜੋ ਰਾਈਟ ਆਪਣੇ ਕੋਲੇ ਹੋ ਜਾਏਗਾ ਆਨਸਰ ਜੀ ਲਾਰਡ ਰੀਡਿੰਗ। ਤਾਂ ਇਹ ਇਹੀ ਵਾਇਸਰਾਏ ਸੀ ਜਦੋਂ ਜਿਹੜੀ ਆ ਚੋਰਾ ਚੋਰੀ ਦੀ ਜਿਹੜੀ ਆ ਘਟਨਾ ਹੁੰਦੀ ਹੈ। ਅੱਗੇ ਹੈ ਜੀ 27 ਨੰਬਰ ਪ੍ਰਸ਼ਨ ਹੈ, ਸਵਰਾਜ ਪਾਰਟੀ ਦੀ ਸਥਾਪਨਾ ਕਿਸ ਵਾਇਸਰਾਏ ਸਮੇਂ ਹੋਈ ਸੀ। ਏ ਤੇ ਆ ਲਾਰਡ ਰੀਡਿੰਗ, ਬੀ ਤੇ ਆਪਣੇ ਕੋਲੇ ਲਾਰਡ ਹਾਰਡਿੰਗ, ਸੀ ਤੇ ਆ ਲਾਰਡ ਕੈਨਿੰਗ ਤੇ ਡੀ ਤੇ ਆਪਣੇ ਕੋਲੇ ਲਾਰਡ ਡਫਰਿੰਗ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਆਪਣੇ ਕੋਲੇ ਲਾਰਡ ਰੀਡਿੰਗ ਦੇ ਸਮੇਂ ਜਿਹੜੀ ਸਵਰਾਜ ਪਾਰਟੀ ਦਾ ਜਿਹੜਾ ਸਥਾਪਨਾ ਹੁੰਦੀ ਆ 1923 ਕਹਿ ਸਕਦੇ ਆ। 1923 ਚ ਇਹਦੇ ਚ CR ਦਾਸ ਵੀ ਹੈਗੇ ਸੀਗੇ, ਮੋਤੀ ਲਾਲ ਨਹਿਰੂ ਸੀ, ਗਾਂਧੀ ਜਵਾਹਰ ਲਾਲ ਨਹਿਰੂ ਜੀ ਦੇ ਪਿਤਾ ਜੀ। ਤਾਂ ਇਹਦੀ ਜੋ ਰਿਪੋਰਟ ਕੀਤੀ ਗਈ ਸੀ 1928 ਈਸਵੀ ਨੂੰ ਕੀਤੀ ਗਈ ਸੀ। ਡਿਸਓਬੀਡੈਂਸ ਮੂਵਮੈਂਟ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ। ਦੇਖੋ ਸਿਵਲ ਡਿਸਓਬੀਡੈਂਸ ਮੂਵਮੈਂਟ ਹੈਗਾ ਕੀ ਸੀ, ਇਹ ਸੀਗਾ ਜੀ ਪੰਜਾਬੀ ਚ ਜੇਕਰ ਗੱਲ ਕਰੀਏ ਤਾਂ ਸਿਵਲ ਨਾਫਰਮਾਨੀ ਅੰਦੋਲਨ, ਠੀਕ ਹੈ। ਤੁਸੀਂ ਇਹ ਗਾਂਧੀ ਜੀ ਦੇ ਵੇਲੇ ਦਾ ਸੁਣਿਆ ਹੋਏਗਾ, ਓਕੇ ਜੀ। ਤਾਂ ਹੁਣ ਦੇਖੋ ਉਦੋਂ ਜਿਹੜਾ ਭਾਰਤ ਦੇ ਵਿੱਚ ਕਿਹੜਾ ਗਵਰਨਰ ਜਨਰਲ ਸੀ, ਏ ਤੇ ਆਪਣੇ ਕੋਲੇ ਆਪਸ਼ਨ ਪੁੱਛੀ ਉਹਨਾਂ ਨੇ ਲਾਰਡ ਇਰਵਿਨ, ਬੀ ਤੇ ਆਪਣੇ ਕੋਲੇ ਲਾਰਡ ਚੈਮਸਫੋਰਡ, ਸੀ ਤੇ ਲਾਰਡ ਹਾਰਡਿੰਗ, ਡੀ ਤੇ ਆਪਣੇ ਕੋਲੇ ਲਾਰਡ ਰੀਡਿੰਗ। ਤਾਂ ਵਿਦਿਆਰਥੀ ਸਾਥੀਓ ਜੋ ਇਹਦਾ ਰਾਈਟ ਆਨਸਰ ਹੋ ਜਾਏਗਾ ਉਹ ਹੋਏਗਾ ਜੀ ਏ ਆਪਸ਼ਨ ਆਪਣੇ ਕੋਲੇ ਪਈ ਆ ਲਾਰਡ ਇਰਵਿਨ ਜਾਂ ਅਰਵਿਨ, ਠੀਕ ਹੈ। ਕਈ ਬੁੱਕਸ ਦੇ ਵਿੱਚ ਈਡੀ ਤੋਂ ਇਹ ਸਟਾਰਟ ਹੁੰਦਾ, ਇਰਵਿਨ ਲਿਖਿਆ ਹੋਇਆ। ਇਰਵਿਨ ਜਿਹੜਾ ਗਾਂਧੀ ਨਾਲ ਸਮਝੌਤਾ ਵੀ ਹੁੰਦਾ। ਹੁਣ ਇਹ ਅੰਦੋਲਨ ਚੱਲਿਆ ਕਦੋਂ ਤੋਂ ਲੈ ਕੇ ਕਦੋਂ ਤੱਕ ਸੀ, 1930 ਤੋਂ ਲੈ ਕੇ 1934 ਤੱਕ ਚੱਲਿਆ ਸੀ। ਕੀ ਕਰਦੇ ਨੇ, ਗਾਂਧੀ ਜੀ ਨੂੰ ਇੱਥੇ ਅੰਗਰੇਜ਼ ਕੀ ਨੇ ਗ੍ਰਿਫਤਾਰ ਕਰਕੇ ਪੂਨੇ ਭੇਜ ਦਿੰਦੇ ਨੇ, ਠੀਕ ਹੈ। ਤਾਂ ਫਿਰ ਇੱਥੋਂ ਬਾਅਦ ਦੇ ਵਿੱਚ ਕੀ ਹੁੰਦਾ, ਗਾਂਧੀ ਜੀ ਦਾ ਇਰਵਿਨ ਦੇ ਨਾਲ ਕੀ ਆ ਸਮਝੌਤਾ ਹੋ ਜਾਂਦਾ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਕਿਹੜਾ ਕਥਨ ਸਹੀ ਹੈ ਆਪਾਂ ਉਹ ਦੱਸਣਾ ਹੈ ਕਿ ਪਹਿਲਾ ਆਪਣੇ ਕੋਲੇ ਕਥਨ ਕੀ ਹੈਗਾ, ਲਾਰਡ ਕਲਾਈਵ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਸੀ, ਠੀਕ ਹੈ। ਪਹਿਲਾ ਤਾਂ ਆਪਣੇ ਕੋਲੇ ਆ ਦਿੱਤਾ। ਦੂਜਾ ਹੁਣ ਆਪਣੇ ਕੋਲੇ ਦਿੱਤਾ ਕਿ ਲਾਰਡ ਵਿਲੀਅਮ ਬੈਂਟਿਕ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀ, ਠੀਕ ਹੈ। ਤਾਂ ਦੇਖੋ ਜੋ ਇਹਦਾ ਰਾਈਟ ਬਣਦਾ ਆਪਣੇ ਕੋਲੇ ਸੋਚੋ ਕੀ ਬਣੇਗਾ। ਏ ਤੇ ਆਪਸ਼ਨ ਕੇਵਲ ਦੂਜਾ, ਬੀ ਤੇ ਕੇਵਲ ਪਹਿਲਾ, ਸੀ ਤੇ ਦੋਨੋਂ ਠੀਕ ਨੇ ਤੇ ਡੀ ਤੇ ਕੋਈ ਨਹੀਂ ਠੀਕ, ਯਾਨੀ ਕਿ ਕੋਈ ਵੀ ਕਥਨ ਜਿਹੜਾ ਸਹੀ ਨਹੀਂ। ਤਾਂ ਇਹਦਾ ਜੋ ਰਾਈਟ ਆਪਸ਼ਨ ਹੈ ਆਪਣੇ ਕੋਲੇ ਕੇਵਲ ਜਿਹੜਾ 2 ਯਾਨੀ ਕਿ ਕੇਵਲ ਦੂਜਾ ਜਿਹੜਾ ਉਹ ਸਹੀ ਹੋ ਜਾਏਗਾ। ਜੇਕਰ ਮੈਂ ਗੱਲ ਕਰਾਂ ਪਹਿਲਾ ਗਲਤ ਕਿਉਂ ਹੈ, ਤਾਂ ਇੱਥੇ ਜੇਕਰ ਜਰਨਲ ਨਾ ਲਿਖਿਆ ਹੁੰਦਾ ਤਾਂ ਇਹ ਸਹੀ ਸੀਗਾ, ਠੀਕ ਹੈ। ਬੰਗਾਲ ਦਾ ਪਹਿਲਾ ਗਵਰਨਰ ਸੀ ਕਲਾਈਵ, ਨਾ ਕਿ ਗਵਰਨਰ ਜਨਰਲ, ਠੀਕ ਹੈ। ਇਹ ਚੀਜ਼ ਜਿਹੜੀ ਹੈ ਇੱਥੋਂ ਦੇਖਣ ਨੂੰ ਮਿਲਦੀ ਆਪਾਂ ਨੂੰ। ਅੱਗੇ ਆ ਵਿਦਿਆਰਥੀ ਸਾਥੀਓ ਅੱਜ ਦਾ ਤੀਜਾ ਪ੍ਰਸ਼ਨ ਹੈ ਆਪਣੇ ਕੋਲੇ, ਬੰਗਾਲ ਵੰਡ ਕਿਸ ਗਵਰਨਰ ਜਨਰਲ ਦੇ ਸਮੇਂ ਹੋਈ ਸੀ। ਆਪਾਂ 7ਵੇਂ ਲੈਕਚਰ 'ਚ ਵੀ ਬੰਗਾਲ ਦੀ ਵੰਡ ਬਾਰੇ ਪੜ੍ਹ ਚੁੱਕੇ ਹਾਂ। ਬੰਗਾਲ ਦੀ ਵੰਡ ਹੋਈ ਸੀ 1905 ਚ, ਠੀਕ ਹੈ। ਉਸ ਤੋਂ ਬਾਅਦ ਕੀ ਕਰਦੇ ਨੇ, 1911 ਚ ਰੱਦ ਕਰ ਦਿੰਦੇ ਨੇ ਤੇ 1912 ਦੇ ਵਿੱਚ ਕੀ ਹੁੰਦਾ, ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾ ਦਿੱਤਾ ਜਾਂਦਾ। ਇਹ ਜਿਹੜੀ ਵੰਡ ਹੈ ਨਾ, ਇਹ ਹਿੰਦੂ ਮੁਸਲਮਾਨ ਸੰਪਰਦਾ ਦੀ ਵੰਡ ਹੋਈ ਸੀ, ਮਤਲਬ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਸੀ, ਠੀਕ ਹੈ। ਬੰਗਾਲ ਚ ਕੀ ਆ, ਸਭ ਤੋਂ ਵੱਧ ਗਿਣਤੀ ਚ ਜਿਹੜਾ ਮੁਸਲਮਾਨਾਂ ਨੂੰ ਭੇਜ ਦਿੱਤਾ ਜਾਂਦਾ। ਤਾਂ ਉਦੋਂ ਜਿਹੜਾ ਗਵਰਨਰ ਜਨਰਲ ਕੌਣ ਸੀਗਾ, ਏ ਤੇ ਆਪਸ਼ਨ ਆਪਣੇ ਕੋਲੇ ਲਾਰਡ ਕਰਜ਼ਨ, ਬੀ ਤੇ ਲਾਰਡ ਰਿਪਨ, ਸੀ ਤੇ ਲਾਰਡ ਮਿੰਟੋ ਤੇ ਡੀ ਤੇ ਆਪਣੇ ਕੋਲੇ ਲਾਰਡ ਲਿਨਲਿਥਗੇ। ਤਾਂ ਇਹਦਾ ਜੋ ਰਾਈਟ ਆਪਸ਼ਨ ਆਪਣੀ ਹੋ ਜਾਏਗੀ ਉਹ ਹੈ ਜੀ ਲਾਰਡ ਕਰਜ਼ਨ, ਠੀਕ ਹੈ ਜੀ।
ਇਹ ਕੀ ਸੀਗਾ? ਗੋਪਾਲ ਕ੍ਰਿਸ਼ਨ ਗੋਖਲੇ ਨੇ ਲਾਰਡ ਕਰਜ਼ਨ ਨੂੰ ਹੋਰ ਕੀ ਕਹਿ ਕੇ ਬੁਲਾਇਆ? ਇਹਦੇ ਜਿਹੜੇ ਰਾਜ ਦੀ ਤੁਲਨਾ ਉਹਨੇ ਕੀਤੀ ਸੀ ਔਰੰਗਜ਼ੇਬ ਦੇ, ਭਾਵ ਕਿ ਉਹ ਜਿਹੜਾ ਕਰਜ਼ਨ ਸੀਗਾ ਬਹੁਤ ਹੀ ਕੱਟੜਵਾਦੀ ਬੰਦਾ ਸੀ। ਅੱਗੇ ਆ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ ਚੌਥਾ ਪ੍ਰਸ਼ਨ ਹੈ, ਆਖਰੀ ਜਿਹੜਾ ਵਾਇਸਰਾਏ ਕੌਣ ਸੀ? ਮਤਲਬ ਆਜ਼ਾਦ ਹੋ ਜਾਂਦਾ ਦੇਸ਼ 1947 ਚ, ਉਸ ਤੋਂ ਪਹਿਲਾਂ ਤੱਕ ਦਾ ਜਿਹੜਾ ਗਵਰਨਰ ਵਾਇਸਰਾਏ ਕੌਣ ਸੀਗਾ? ਤਾਂ ਉਹ ਇੱਕ ਘੋਸ਼ਣਾ ਵੀ ਕਰਦਾ ਹੈ, ਉਹਦੀ ਘੋਸ਼ਣਾ ਵੀ ਬਹੁਤ ਮਸ਼ਹੂਰ ਹੋਈ ਸੀਗੀ। ਤਾਂ ਉਹ ਇਹਨਾਂ ਚਾਰਾਂ ਚ ਉਹ ਆਨਸਰ ਜਿਹੜਾ ਛੁਪਿਆ ਹੋਇਆ, ਏ ਤੇ ਆਪਸ਼ਨ ਆਪਣੇ ਕੋਲੇ ਮਾਊਂਟ ਬੈਟਨ, ਸੀ ਤੇ ਬੀ ਤੇ ਵਿਦਿਆਰਥੀ ਸਾਥੀਓ ਲਾਰਡ ਵੇਵਲ, ਸੀ ਤੇ ਲਾਰਡ ਇਰਵਿਨ, ਡੀ ਤੇ ਆਪਣੇ ਕੋਲੇ ਲਾਰਡ ਡਫਰਿਲ। ਤਾਂ ਇਹਦਾ ਜੋ ਰਾਈਟ ਆਪਸ਼ਨ ਆਪਣੇ ਕੋਲੇ ਸਹੀ ਹੋ ਜਾਏਗਾ ਮਾਊਂਟ ਬੈਟਨ। ਆਜ਼ਾਦ ਭਾਰਤ ਦਾ ਵੀ ਸਭ ਤੋਂ ਪਹਿਲਾਂ ਇਹਨੂੰ ਕੀ ਬਣਾ ਦਿੱਤਾ ਸੀਗਾ? ਗਵਰਨਰ ਜਨਰਲ ਇਹਨੂੰ ਹੀ ਬਣਾਇਆ ਸੀ ਆਜ਼ਾਦ ਭਾਰਤ ਦਾ। ਤਾਂ ਉਸ ਤੋਂ ਬਾਅਦ ਕੌਣ ਬੰਦੇ ਨੇ? ਉਸ ਤੋਂ ਬਾਅਦ ਬੰਦੇ ਨੇ ਜੀ ਗੋਪਾਲਾਚਾਰੀ ਜੀ। ਠੀਕ ਹੈ, ਇਹ ਚੀਜ਼ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲਦੀ ਹੈ। ਚਲੋ ਜੀ ਅੱਗੇ ਵਧਦੇ ਆਪਾਂ। ਅੱਗੇ ਅੱਜ ਦਾ ਆਪਣੇ ਕੋਲੇ ਪੰਜਵਾਂ ਪ੍ਰਸ਼ਨ ਹੈ, ਸ਼੍ਰੀ ਰੰਗਪਟਨਮ ਦੀ ਸੰਧੀ ਟੀਪੂ ਤੇ ਕਿਸ ਅੰਗਰੇਜ਼ ਗਵਰਨਰ ਜਨਰਲ ਦੇ ਸਮੇਂ ਹੋਈ ਸੀਗੀ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਕਾਰਨਵਾਲਿਸ, ਬੀ ਤੇ ਆ ਹਾਰਡਿੰਗ, ਇੱਥੇ ਹਾਰਡਿੰਗ ਆਉਣਾ ਸੀ, ਹਾਰਡਿਸ ਪਾਇਆ, ਸੀ ਤੇ ਆਪਣੇ ਕੋਲੇ ਵੈਲਜਲੀ, ਡੀ ਤੇ ਆ ਵਾਰਨਾ ਹੈਸਟਿੰਗਸ। ਤਾਂ ਦੇਖੋ ਜੋ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ, ਉਹ ਹੋਏਗਾ ਏ ਆਪਸ਼ਨ ਕਾਰਨਵਾਲਿਸ। ਹੁਣ ਮੈਂ ਗੱਲ ਕਰਾਂ ਇਹ ਕਦੋਂ ਹੋਈ ਸੀ? ਤਾਂ 1792 ਚ। ਠੀਕ ਹੈ, ਤਾਂ 1793 ਚ ਵੀ ਕਾਰਨਵਾਲਿਸ ਸੀ ਨਾ, 1792 ਵਾਲੇ ਨੇ ਉਹ ਵੀ ਕੌਣ ਸੀਗਾ? ਕਾਰਨਵਾਲਿਸ ਸੀ। ਤਾਂ ਕੀ ਕਰਦੇ ਨੇ, ਅੱਧਾ ਭਾਗ ਜਿਹੜਾ ਅੰਗਰੇਜ਼ਾਂ ਨੂੰ ਦੇ ਦਿੱਤਾ ਜਾਂਦਾ। ਠੀਕ ਹੈ ਜੀ, ਅੱਗੇ ਆ ਵਿਦਿਆਰਥੀ ਸਾਥੀਓ, ਅੱਜ ਦਾ ਆਪਣੇ ਕੋਲੇ 6ਵਾਂ ਪ੍ਰਸ਼ਨ ਹੈ, ਭਾਰਤ ਪੁਰਾਤਨ ਵਿਭਾਗ ਦਾ ਪੁਨਰ ਗਠਨ ਕਿਸ ਦੇ ਸਮੇਂ ਹੋਇਆ ਸੀ? ਪੁਨਰ ਗਠਨ ਭਾਵ ਕਿ ਦੁਬਾਰਾ ਗਠਨ ਕੀਤਾ ਗਿਆ। ਠੀਕ ਹੈ, ਆਪਾਂ ਇਹ ਜਨਕ ਨਹੀਂ ਕਹਿ ਸਕਦੇ। ਜੇਕਰ ਪੁੱਛ ਲੈਣ ਕਿ ਭਾਰਤੀ ਪੁਰਾਤਨ ਵਿਭਾਗ ਦਾ ਜਨਕ ਕਿਹਨੂੰ ਹੈ, ਉਹ ਚੀਜ਼ ਹੋਰ ਤੋਂ ਦੇਖੀ ਜਾਊਗੀ। ਠੀਕ ਹੈ, ਉਹਦੀ ਵੀ ਮੈਂ ਤੁਹਾਨੂੰ ਦੱਸ ਦੇਣਾ, ਉਹ ਸੀਗਾ ਕਨਿੰਗਮ। ਜਿਹੜਾ ਜਨਕ ਹੈ ਨਾ, ਉਹ ਸੀ ਕਨਿੰਗਮ। ਉਹਨੇ ਕੀਤੀ ਸੀਗੀ ਇਹਦੀ ਸਭ ਤੋਂ ਪਹਿਲਾਂ ਸਥਾਪਨਾ 1861 ਚ। ਔਰ ਜੇਕਰ ਪੁਨਰ ਗਠਨ ਪੁੱਛ ਲੈਣ ਤਾਂ ਇਹ ਹੋਇਆ ਸੀ 1904 ਚ। ਤਾਂ 1904 ਚ ਕੌਣ ਹੋਏਗਾ? ਉਹੀ ਹੋਏਗਾ ਜਿਹਨੇ 1905 ਚ ਵੰਡ ਕੀਤੀ ਹੋਊਗੀ। ਠੀਕ ਹੈ, ਆਪਸ਼ਨ ਆਪਣੇ ਕੋਲੇ ਏ ਤੇ ਪਈ ਆ ਵਾਰਨ ਹੈਸਟਿੰਗਸ, ਬੀ ਤੇ ਆ ਲਾਰਡ ਕਰਜ਼ਨ, ਸੀ ਤੇ ਆ ਲਾਰਡ ਰਿਪਨ, ਡੀ ਤੇ ਆਪਣੇ ਕੋਲੇ ਵੈਲਜ਼ਲੀ। ਤਾਂ ਇਹਦਾ ਰਾਈਟ ਆਨਸਰ ਜੋ ਹੋ ਜਾਏਗਾ ਲਾਰਡ ਕਰਜ਼ਨ ਹੋ ਜਾਏਗਾ ਜੀ। ਅੱਗੇ ਦੇਖਦੇ ਹਾਂ ਜੀ, ਅਗਲਾ ਪ੍ਰਸ਼ਨ ਆਪਣੇ ਕੋਲੇ 7 ਨੰਬਰ ਪ੍ਰਸ਼ਨ ਹੈ ਅੱਜ ਦਾ, ਕਿਹੜੀ ਯੂਨੀਵਰਸਿਟੀ ਲਾਰਡ ਡਲਹੌਜੀ ਦੁਆਰਾ ਸਥਾਪਿਤ ਨਹੀਂ ਕੀਤੀ ਗਈ? ਠੀਕ ਹੈ, ਨਹੀਂ ਕੀਤੀ ਗਈ ਪੁੱਛਿਆ ਇੱਥੇ। ਏ ਤੇ ਆਪਣੇ ਕੋਲੇ ਆਪਸ਼ਨ ਦਿੱਲੀ, ਬੀ ਤੇ ਆ ਬੰਬਈ, ਸੀ ਤੇ ਆਪਣੇ ਕੋਲੇ ਕਲਕੱਤਾ, ਤੇ ਡੀ ਤੇ ਆਪਣੇ ਕੋਲੇ ਮਦਰਾਸ। ਤਾਂ ਦੇਖੋ ਆ 3 ਯੂਨੀਵਰਸਿਟੀਆਂ ਜਿਹੜੀਆਂ ਨੇ ਇਹ ਲਾਰਡ ਡਲਹੌਜੀ ਦੇ ਵੇਲੇ ਚ ਬਣੀਆਂ। ਠੀਕ ਹੈ ਜੀ, ਬੰਬਈ, ਕਲਕੱਤਾ ਤੇ ਮਦਰਾਸ। ਤੇ ਜਿਹੜੀ ਦਿੱਲੀ ਹੈ ਇਹ ਯੂਨੀਵਰਸਿਟੀ ਇਹਦੇ ਮਤਲਬ ਕਿ ਸਮੇਂ ਦੇ ਵਿੱਚ ਇਹਦੇ ਸ਼ਾਸਨ ਕਾਲ ਦੇ ਦੌਰਾਨ ਨਹੀਂ ਬਣੀ। ਤਾਂ ਦਿੱਲੀ ਜਿਹੜਾ ਰਾਈਟ ਆਨਸਰ ਹੋ ਜਾਏਗਾ ਜੀ ਆਪਣੇ ਕੋਲ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 8 ਨੰਬਰ ਪ੍ਰਸ਼ਨ ਹੈ, ਭਾਰਤੀ ਰੇਲਵੇ ਦੇ ਇੱਥੇ ਆਣਾ ਸੀ ਤੇ ਟੈਲੀਗ੍ਰਾਫ ਸੇਵਾ ਕਿਸ ਗਵਰਨਰ ਜਨਰਲ ਦੇ ਸਮੇਂ ਸ਼ੁਰੂ ਹੋਈ ਸੀ? ਇੱਥੇ ਜਰਨਲ ਵੀ ਆਉਣਾ ਸੀਗਾ। ਠੀਕ ਹੈ ਜੀ, ਵਿੱਚ ਕਿਸ ਗਵਰਨਰ ਜਨਰਲ ਦੇ ਸਮੇਂ ਜਿਹੜੀ ਆ ਸ਼ੁਰੂ ਹੁੰਦੀ ਹੈ? ਤਾਂ ਆਪਣੇ ਕੋਲੇ ਜੋ ਆਪਸ਼ਨਾਂ ਨੇ ਜੀ ਉਹ ਪਈਆਂ ਹੋਈਆਂ ਨੇ, ਏ ਤੇ ਆ ਲਾਰਡ ਕਾਰਨਵਾਲਿਸ, ਬੀ ਤੇ ਆ ਡਲਹੌਜੀ, ਸੀ ਤੇ ਆ ਰਿਪਨ, ਡੀ ਤੇ ਆ ਕੈਨਿੰਗ। ਤਾਂ ਡਲਹੌਜੀ ਸੀਗਾ, ਡੱਡੇ ਤੋਂ ਯਾਦ ਰੱਖ ਲਿਓ, ਡਾਕਤਾਰ ਡਲਹੌਜੀ। ਠੀਕ ਹੈ ਜੀ, ਰੇਲਵੇ ਵੀ ਇਹਦੇ ਵੇਲੇ ਚੱਲੀ ਸੀ। ਰੇਲ ਕਦੋਂ ਚੱਲੀ ਸੀ? 1853 ਚ ਪਹਿਲੀ ਚੱਲੀ ਸੀ, ਮੁੰਬਈ ਤੋਂ ਲੈ ਕੇ ਥਾਣੇ ਦੇ ਵਿਚਕਾਰ। ਠੀਕ ਹੈ, ਥਾਣੇ ਦੇ ਵਿਚਕਾਰ। ਤਾਂ ਮੰਨਿਆ ਜਾਂਦਾ ਕਿ 34 ਕਿਲੋਮੀਟਰ ਜਿਹੜਾ ਇਹ ਸਫ਼ਰ ਤੈਅ ਕੀਤਾ ਸੀ ਪਹਿਲੀ ਵਾਰੀ, ਮਤਲਬ ਲਾਈਨ ਜਿਹੜੀ ਵਿਛਾਈ ਗਈ ਸੀ। ਟ੍ਰੇਨ ਦੇ 14 ਡੱਬੇ ਸਨ ਤੇ ਜਿਹੜੀ ਟ੍ਰੇਨ ਚੱਲੀ ਸੀ ਸ਼ਾਮ ਨੂੰ 5:30 ਵਜੇ ਚੱਲੀ ਸੀ। ਠੀਕ ਹੈ, ਇਹ ਚੀਜ਼ ਇੱਥੋਂ ਵੇਖਣ ਨੂੰ ਆਪਾਂ ਨੂੰ ਮਿਲਦੀ ਹੈ। ਤਾਂ ਅੱਗੇ ਆ ਵਿਦਿਆਰਥੀ ਸਾਥੀਓ, ਅੱਜ ਦਾ ਆਪਣੇ ਕੋਲੇ 9 ਨੰਬਰ ਪ੍ਰਸ਼ਨ ਹੈ ਜੀ, ਕਲਕੱਤਾ ਵਿੱਚ ਪਹਿਲਾ ਮਦਰਸਾ ਕਿਸ ਗਵਰਨਰ ਜਨਰਲ ਦੇ ਸਮੇਂ ਸਥਾਪਿਤ ਕੀਤਾ ਗਿਆ ਸੀਗਾ? ਤਾਂ ਆਪਣੇ ਕੋਲੇ ਆਪਸ਼ਨਾਂ ਨੇ ਜੀ, ਏ ਤੇ ਆ ਵਾਰਨ ਹੈਸਟਿੰਗਸ, ਬੀ ਤੇ ਕਾਰਨਵਾਲਿਸ, ਸੀ ਤੇ ਡਲਹੌਜੀ, ਡੀ ਤੇ ਆਪਣੇ ਕੋਲੇ ਕੈਨਿੰਗ। ਤਾਂ ਸਭ ਤੋਂ ਪਹਿਲਾਂ ਜੇਕਰ ਮੈਂ ਮਦਰਸੇ ਦੀ ਗੱਲ ਕਰਾਂ ਤਾਂ 1781 ਚ ਬਣਿਆ ਸੀ। ਠੀਕ ਹੈ ਜੀ, ਤਾਂ ਉਦੋਂ ਕੌਣ ਸੀਗਾ? ਵਾਰਨ ਹੈਸਟਿੰਗਸ। ਓਕੇ ਜੀ, ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 10 ਨੰਬਰ ਪ੍ਰਸ਼ਨ ਹੈ, ਬਨਾਰਸ ਵਿੱਚ ਸੰਸਕ੍ਰਿਤ ਕਾਲਜ ਦੀ ਸਥਾਪਨਾ ਕਿਸ ਗਵਰਨਰ ਜਨਰਲ ਸਮੇਂ ਹੋਈ ਸੀ? ਸੰਸਕ੍ਰਿਤ ਕਾਲਜ ਪੁੱਛਿਆ। ਠੀਕ ਹੈ ਜੀ, ਆਪਸ਼ਨ ਆਪਣੇ ਕੋਲੇ ਵਾਰਨ ਹਾਸਟਿੰਗਸ, ਬੀ ਤੇ ਆ ਕਾਰਨਵਾਲਿਸ, ਸੀ ਤੇ ਆ ਲਾਰਡ ਕਲਾਈਵ, ਤੇ ਡੀ ਤੇ ਆਪਣੇ ਕੋਲੇ ਕੈਨਿੰਗ।
ਤੇ ਇਹਦਾ ਰਾਈਟ ਆਨਸਰ ਹੈ ਜੀ ਵਾਰਨ ਹੈਸਟਿੰਗਜ਼ 1792 ਈਸਵੀ ਦੇ ਵਿੱਚ ਬਨਾਰਸ ਵਿੱਚ ਸੰਸਕ੍ਰਿਤ ਕਾਲਜ ਦੀ ਜਿਹੜੀ ਆ ਸਥਾਪਨਾ ਕੀਤੀ ਜਾਂਦੀ ਹੈ। ਅੱਗੇ ਹੈ ਜੀ ਕਿਸ ਗਵਰਨਰ ਜਨਰਲ ਨੇ ਮੁਗਲ ਸਮਰਾਟ ਨੂੰ ਮਿਲਣ ਵਾਲੀ ਜਿਹੜੀ 26 ਲੱਖ ਮੁਗਲ ਸਮਰਾਟ ਨੂੰ ਪੈਨਸ਼ਨ ਦਿੰਦੇ ਸੀ ਉਹ ਬੰਦ ਕਰਵਾਈ ਸੀਗੀ, ਤਾਂ ਉਹ ਕੌਣ ਸੀਗਾ ਬੰਦ ਕਰਾਉਣ ਵਾਲਾ? ਏ ਤੇ ਆ ਵਾਰਨ ਹੈਸਟਿੰਗਜ਼, ਬੀ ਤੇ ਆ ਕਲਾਈਵ, ਸੀ ਤੇ ਆ ਡਲਹੌਜੀ, ਡੀ ਤੇ ਆ ਕੈਨਿੰਗ। ਤੇ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਵਾਰਨ ਹੈਸਟਿੰਗਜ਼। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ, ਸਥਾਈ ਬੰਦੋਬਸਤ ਕਦੋਂ ਲਾਗੂ ਕੀਤਾ ਗਿਆ? ਏ ਤੇ ਆ 1784, ਬੀ ਤੇ ਆ 1773, ਸੀ ਤੇ ਆ 1793 ਤੇ ਡੀ ਤੇ 1893। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ 1793 ਈਸਵੀ ਦੇ ਵਿੱਚ ਕੀ ਆ ਸਥਾਈ ਬੰਦੋਬਸਤ ਜਿਹੜਾ ਕੀਤਾ ਜਾਂਦਾ। ਇੱਥੇ ਕੀ ਹੁੰਦਾ, ਪੂਰਾ ਨਿਸ਼ਚਿਤ ਕਰ ਦਿੱਤਾ ਜਾਂਦਾ ਕਿ ਕਿਹੜਾ ਕਾਰ ਅੰਗਰੇਜ਼ਾਂ ਨੇ ਰੱਖਣਾ ਤੇ ਕਿਹੜਾ ਜ਼ਿਮੀਂਦਾਰਾਂ ਨੇ ਰੱਖਣਾ। ਠੀਕ ਹੈ ਜੀ। ਤਾਂ ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਕਿਸ ਗਵਰਨਰ ਜਨਰਲ ਨੇ ਕੰਪਨੀ ਦੇ ਕਰਮਚਾਰੀਆਂ ਦੁਆਰਾ ਕੀਤੇ ਗਏ ਵਿਅਕਤੀਗਤ ਵਪਾਰ ਉੱਪਰ ਰੋਕ ਲਗਾ ਦਿੱਤੀ ਸੀ? ਠੀਕ ਹੈ ਜੀ। ਆਪਸ਼ਨ ਆਪਣੇ ਕੋਲੇ ਏ ਤੇ ਪਈ ਆ ਕਾਰਨਵਾਲਿਸ, ਬੀ ਤੇ ਆ ਕਲਾਈਵ, ਸੀ ਤੇ ਡਲਹੌਜੀ, ਡੀ ਤੇ ਆ ਸਰ ਜਾਨ ਸ਼ੋਰ। ਠੀਕ ਹੈ, ਇਹਦਾ ਰਾਈਟ ਆਨਸਰ ਹੈ ਜੀ ਏ ਪਿਆ ਆਪਣੇ ਕੋਲੇ ਕਾਰਨਵਾਲਿਸ। ਕਾਰਨਵਾਲਿਸ ਸੀਗਾ ਅਜਿਹਾ ਗਵਰਨਰ ਜਨਰਲ ਜਿਨੇ ਕੰਪਨੀ ਦੇ ਕਰਮਚਾਰੀਆਂ ਦੁਆਰਾ ਕੀਤੇ ਗਏ ਵਿਅਕਤੀਗਤ ਵਪਾਰ ਉੱਪਰ ਕੀ ਆ ਰੋਕ ਲਾ ਦਿੱਤੀ ਸੀ। ਯਾਨੀ ਕਿ ਕੰਪਨੀ ਦੇ ਜਿਹੜੇ ਕਰਮਚਾਰੀ ਨੇ ਉਹ ਨਿੱਜੀ ਤੌਰ ਤੇ ਜਿਹੜਾ ਕੰਮ ਕਰਨ ਲੱਗ ਪਏ ਸਨ। ਇੱਥੇ ਮਤਲਬ ਕਿ ਸਪੋਜ਼ ਕਰੋ ਕੋਈ ਛੋਟਾ ਮੋਟਾ ਸਾਈਡ ਬਿਜ਼ਨਸ ਜਾਂ ਛੋਟੀ ਮੋਟੀ ਦੁਕਾਨ ਖੋਲ ਲਈ ਤਾਂ ਉਹ ਜਿਹੜੇ ਨੇ ਬੰਦ ਕਰਵਾ ਦਿੱਤੇ ਸੀਗੇ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਸਥਾਈ ਬੰਦੋਬਸਤ ਦੀ ਯੋਜਨਾ ਕਿਸ ਨੇ ਬਣਾਈ ਸੀ? ਏ ਤੇ ਆਪਣੇ ਕੋਲੇ ਸਰ ਜੌਨ ਸ਼ੋਰ, ਬੀ ਤੇ ਕਾਰਨਵਾਲਿਸ, ਸੀ ਤੇ ਡਲਹੌਜੀ ਤੇ ਡੀ ਤੇ ਆਪਣੇ ਕੋਲੇ ਕੈਨਿੰਗ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਉਹ ਹੈ ਆਪਣੇ ਕੋਲੇ ਕਾਰਨਵਾਲਿਸ। ਬੀ ਆਪਸ਼ਨ ਹੈ ਜਿਹੜੀ ਬਿਲਕੁਲ ਠੀਕ ਹੋ ਜਾਏਗੀ। ਵਿਦਿਆਰਥੀ ਸਾਥੀਓ ਸਾਡਾ ਕੁੱਬਾ ਲਰਨੋਲ ਜੀ ਫ੍ਰੀ ਐਜੂਕੇਸ਼ਨਲ ਚੈਨਲ ਦਾ ਮੇਨ ਮੋਟੀਵੇਟ ਇਹੀ ਹੈ ਕਿ ਤੁਹਾਨੂੰ ਡੈਪਥ ਦੇ ਨਾਲ ਚੰਗੀ ਤਰ੍ਹਾਂ ਇੱਕ ਇੱਕ ਚੀਜ਼ ਸਮਝਾਉਣਾ। ਹੁਣ MCQs ਤੇ ਮੈਂ ਸਿੱਧੇ ਆਨਸਰ ਵੀ ਕਰਵਾ ਸਕਦਾ, ਪਰ ਮੈਂ ਤੁਹਾਨੂੰ ਨਾਲ ਨਾਲ ਥਿਊਰੀ ਵਰਕ ਵੀ ਕਰਵਾ ਰਿਹਾ ਤਾਂ ਕਿ ਤੁਹਾਡੀ ਜਿਹੜੀ ਆ ਜਿਹੜਾ ਪੁਰਾਣਾ ਗਿਆਨ ਹੈ ਉਹ ਨਵੇਂ ਗਿਆਨ ਦੇ ਨਾਲ ਜੁੜਦਾ ਜਾਵੇ ਤੇ ਅੱਗੇ ਅੱਗੇ ਵੱਧਦਾ ਜਾਵੇ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ ਜੀ, ਨਾਗਰਿਕ ਸੇਵਾ ਦਾ ਜਨਕ ਕਿਸ ਗਵਰਨਰ ਜਨਰਲ ਨੂੰ ਮੰਨਿਆ ਜਾਂਦਾ? ਹੁਣ ਨਾਗਰਿਕ ਸੇਵਾ ਹੈਗੀ ਕੀ ਸੀ? ਇਹ ਸੀਗੀ ਜੀ ਸਿਵਲ ਸਰਵਿਸਿਜ਼। ਠੀਕ ਹੈ, ਜਿਵੇਂ ਹੁਣ ਆਪਾਂ ਕਹਿ ਦਿੰਦੇ ਨਾ UPSC ਦਾ ਪੇਪਰ ਵਗੈਰਾ ਹੋਣਾ ਤਾਂ ਉਹ ਹੈ ਜੀ ਸਿਵਲ ਸਰਵਿਸਿਜ਼। ਤਾਂ ਇਸ ਦਾ ਜਨਕ ਕਿਸ ਨੂੰ ਮੰਨਿਆ ਜਾਂਦਾ? ਏ ਤੇ ਆਪਣੇ ਕੋਲੇ ਕਾਰਨਵਾਲਿਸ, ਬੀ ਤੇ ਡਲਹੌਜੀ, ਸੀ ਤੇ ਕਰਜਨ, ਡੀ ਤੇ ਆਪਣੇ ਕੋਲੇ ਮੇਜਰ ਬਰਾਟ ਫੁੱਟ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਕਾਰਨਵਾਲਿਸ। ਠੀਕ ਹੈ ਜੀ, ਇਹ ਆਪਸ਼ਨ ਜਿਹੜੀ ਸਹੀ ਹੋ ਜਾਏਗੀ। ਹੁਣ ਮੈਂ ਗੱਲ ਕਰਾਂ ਪਹਿਲਾ ਭਾਰਤੀ ਕੌਣ ਸੀਗਾ ਜਿਹੜਾ ਬਣਿਆ ਸੀਗਾ ਜੀ UPSC ਜਾਂ ਸਿਵਲ ਸਰਵਿਸਿਜ਼ ਨੂੰ ਪਾਸ ਕਰਨ ਵਾਲਾ? ਤਾਂ ਉਹ ਸੀਗਾ ਸਤਿੰਦਰਨਾਥ ਟੈਗੋਰ। ਸਤਿੰਦਰਨਾਥ ਟੈਗੋਰ। ਹੁਣ ਰਵਿੰਦਰਨਾਥ ਟੈਗੋਰ ਦਾ ਭੁਲੇਖਾ ਨਾ ਖਾ ਜਿਓ, ਇਹ ਸੀਗਾ ਜੀ ਸਤਿੰਦਰਨਾਥ ਟੈਗੋਰ। ਓਕੇ ਜੀ। ਅੱਗੇ ਆ ਵਿਦਿਆਰਥੀ ਸਾਥੀਓ ਚੌਥਾ ਆਂਗਲ ਮੈਸੂਰ ਯੁੱਧ, ਮਤਲਬ ਕਿ ਮੈਸੂਰ ਦੇ ਲੋਕਾਂ ਦਾ ਤੇ ਅੰਗਰੇਜ਼ਾਂ ਦਾ ਜਿਹੜਾ ਯੁੱਧ ਹੋਇਆ ਸੀ ਚੌਥਾ, ਉਦੋਂ ਗਵਰਨਰ ਜਨਰਲ ਕੌਣ ਸੀਗਾ? ਏ ਤੇ ਆਪਸ਼ਨ ਆਪਣੇ ਕੋਲੇ ਲਾਰਡ ਵੈਲਜ਼ਲੀ, ਬੀ ਤੇ ਲਾਰਡ ਕਾਰਨਵਾਲਿਸ, ਸੀ ਤੇ ਲਾਰਡ ਡਲਹੌਜੀ, ਡੀ ਤੇ ਆਪਣੇ ਕੋਲੇ ਵਾਰਨ ਹੈਸਟਿੰਗਸ। ਤਾਂ ਜੋ ਰਾਈਟ ਆਨਸਰ ਹੋ ਜਾਏਗਾ ਜੀ ਇਹ ਲਾਰਡ ਵੈਲਜ਼ਲੀ। ਠੀਕ ਹੈ ਜੀ। ਤਾਂ ਇਹਦੋਂ ਹੀ ਕੀ ਹੁੰਦਾ, ਟੀਪੂ ਦੀ ਜਿਹੜੀ ਮੌਤ ਹੋ ਜਾਂਦੀ ਹੈ 1799 ਦੀ ਗੱਲ ਹੈ ਟੀਪੂ ਦੀ ਮੌਤ ਦੀ। ਓਕੇ ਜੀ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ, ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਕਿਸ ਗਵਰਨਰ ਜਨਰਲ ਨੇ ਕਰਵਾਈ ਸੀ? ਫੋਰਟ ਵਿਲੀਅਮ ਕਾਲਜ ਤਾਂ ਇਹ ਕਿੰਨੇ ਕਰਵਾਈ? ਏ ਤੇ ਆਪਸ਼ਨ ਲਾਰਡ ਵੈਲਜ਼ਲੀ, ਬੀ ਤੇ ਕਾਰਨਵਾਲਿਸ, ਸੀ ਤੇ ਡਲਹੌਜੀ, ਡੀ ਤੇ ਲਾਰਡ ਆਇਨਬਰੋ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਵੈਲਜ਼ਲੀ ਨੇ ਕਰਵਾਈ ਸੀ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਕਿਹੜਾ ਗਵਰਨਰ ਜਨਰਲ ਖੁਦ ਨੂੰ ਬੰਗਾਲ ਦਾ ਸ਼ੇਰ ਕਹਿੰਦਾ ਸੀ? ਵੀ ਮੈਂ ਬੰਗਾਲ ਦਾ ਸ਼ੇਰ ਹਾਂ, ਆਪਣੇ ਆਪ ਨੂੰ ਕਹਿੰਦਾ ਸੀਗਾ। ਤਾਂ ਉਹ ਕਿਹੜਾ ਸੀ? ਏ ਤੇ ਆਪਣੇ ਕੋਲੇ ਲਾਰਡ ਵੈਲਜ਼ਲੀ, ਬੀ ਤੇ ਲਾਰਡ ਡਲਹੌਜੀ, ਸੀ ਤੇ ਕਾਰਨਵਾਲਿਸ, ਡੀ ਤੇ ਕੈਨਿੰਗ। ਇਹਦਾ ਰਾਈਟ ਆਨਸਰ ਕੀ ਹੋ ਜਾਏਗਾ ਜੀ ਲਾਰਡ ਵੈਲਜ਼ਲੀ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਸੰਗੋਲੀ ਦੀ ਸੰਧੀ ਕਦੋਂ ਹੋਈ? ਹੁਣ ਦੇਖੋ ਸੰਗੋਲੀ ਦੀ ਜਿਹੜੀ ਸੰਧੀ ਕਾਹ ਤੋਂ ਹੋਈ ਸੀ? ਪਹਿਲਾਂ ਤਾਂ ਇਹ ਸੋਚੀਏ ਕਿ ਸੰਗੋਲੀ ਦੀ ਸੰਧੀ ਚੀਜ਼ ਕੀ ਸੀ। ਕੀ ਹੁੰਦਾ, ਅੰਗਰੇਜ਼ਾਂ ਤੇ ਨੇਪਾਲ ਦੇ ਲੋਕਾਂ ਦਾ, ਯਾਨੀ ਕਿ ਨੇਪਾਲੀਆਂ ਦਾ ਆਪਾਂ ਕਹਿੰਦੇ ਆ ਨੇਪਾਲ ਦੇ ਵਿਚਕਾਰ ਯੁੱਧ ਹੁੰਦਾ 1813 ਤੋਂ ਲੈ ਕੇ 16 ਤੱਕ।
ਆ ਜਿਹੜਾ ਹੁਣ ਤੁਸੀਂ ਆਨੰਦ ਮਾਣ ਰਹੇ ਹੋ ਨਾ ਵਾਦੀਆਂ ਦਾ ਹਿਮਾਚਲ ਦੀਆਂ, ਚਾਹੇ ਉਹ ਉੱਤਰਾਖੰਡ ਆਪਾਂ ਕਹਿ ਲਈਏ, ਜਿਹਨੂੰ ਉੱਤਰਾਂਚਲ ਵੀ ਬੋਲ ਦਿੰਦੇ ਨੇ, ਜੋ ਕਿ ਯੂਪੀ ਨਾਲੋਂ ਵੱਖ ਹੋਇਆ, ਇਹ ਸਾਰਾ ਇਲਾਕਾ ਕਿਹਦੇ ਅੰਡਰ ਸੀਗਾ? ਨੇਪਾਲ ਦੇ। ਇਹ ਹੁਣ ਵੀ ਜਿਹੜੀ ਇਹਦੀ ਸੀਮਾ ਨੇਪਾਲ ਨੂੰ ਟੱਚ ਕਰਦੀ ਹੈ ਨਾ, ਤਾਂ ਇਹ ਜਿਹੜਾ ਪਹਾੜੀ ਇਲਾਕਾ ਸਾਰਾ ਨੇਪਾਲ ਦਾ ਸੀ। ਤਾਂ ਸੰਧੀ ਦੇ ਸਮੇਂ ਇਹ ਇਲਾਕੇ ਜਿਹੜੇ ਨੇ ਇੰਡੀਆ ਨੂੰ ਮਿਲ ਜਾਂਦੇ ਨੇ, ਠੀਕ ਹੈ ਜੀ। ਤਾਂ ਉਦੋਂ ਜਿਹੜੀ ਸੰਧੀ ਹੁੰਦੀ ਹੈ ਤਾਂ ਉਹ ਅਖਵਾਈ ਸੀਗੀ ਸੰਘੋਲੀ ਦੀ ਸੰਧੀ। ਤਾਂ ਹੁਣ ਇਹ ਕਦੋਂ ਹੋਈ ਸੀ? ਦੇਖੋ ਆਪਸ਼ਨ ਆਪਣੇ ਕੋਲੇ 1813, ਬੀ ਤੇ ਆਪਣੇ ਕੋਲੇ 1816, ਸੀ ਤੇ 1820, ਡੀ ਤੇ ਆਪਣੇ ਕੋਲ 1825। ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਬੀ ਆਪਸ਼ਨ, 1800 ਤੇ 16 ਈਸਵੀ ਚ ਸੰਘੋਲੀ ਦੀ ਜਿਹੜੀ ਆ ਸੰਧੀ ਹੁੰਦੀ ਹੈ। ਅੱਗੇ ਵਿਦਿਆਰਥੀ ਸਾਥੀਓ, ਅੱਜ ਦਾ ਆਪਣੇ ਕੋਲੇ 20 ਨੰਬਰ ਪ੍ਰਸ਼ਨ ਹੈ, ਮਰਾਠਾ ਸ਼ਕਤੀ ਨੂੰ ਅੰਤਿਮ ਰੂਪ ਵਿੱਚ ਕਿਸ ਗਵਰਨਰ ਜਨਰਲ ਨੇ ਸਮਾਪਤ ਕੀਤਾ ਸੀ? ਮਰਾਠਿਆਂ ਦੀ ਸ਼ਕਤੀ ਨੂੰ, ਠੀਕ ਹੈ ਜੀ। ਅੰਤਿਮ ਰੂਪ ਚ ਭਾਵ ਕਿ ਮਰਾਠਿਆਂ ਦਾ ਨਾਮ ਨਿਸ਼ਾਨ ਮਿਟਾਉਣ ਵਾਲੇ। ਏ ਤੇ ਆਪਣੇ ਕੋਲੇ ਆਪਸ਼ਨ ਹੈ ਵਾਰਨ ਹੈਸਟਿੰਗਸ, ਬੀ ਤੇ ਹੈ ਲਾਰਡ ਐਮਸਹਰਟ, ਸੀ ਤੇ ਹੈ ਚਾਰਲਸ ਮੈਟਕਾਫ, ਤੇ ਡੀ ਤੇ ਆਪਣੇ ਕੋਲੇ ਡਲਹੌਜੀ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਹੈਸਟਿੰਗਸ। ਹੁਣ ਯਾਦ ਰੱਖ ਲੈਣਾ, ਇੱਕ ਸੀਗਾ ਵਾਰਨ ਹੈਸਟਿੰਗਸ, ਇਹ ਹੈਗਾ ਜੇ ਲਾਰਡ ਹੈਸਟਿੰਗਸ, ਠੀਕ ਹੈ। ਇਹ ਚੀਜ਼ ਜਿਹੜੀ ਹੈ ਇੱਥੋਂ ਦੇਖਣ ਨੂੰ ਆਪਾਂ ਨੂੰ ਮਿਲਦੀ ਹੈ। ਅੱਗੇ ਵਿਦਿਆਰਥੀ ਸਾਥੀਓ 21 ਨੰਬਰ ਪ੍ਰਸ਼ਨ ਹੈ ਜੀ, ਕਿਸ ਐਕਟ ਰਾਹੀਂ, ਐਕਟ ਪੁੱਛਿਆ ਹੋਣਾ, ਬੰਗਾਲ ਦਾ ਗਵਰਨਰ ਜਨਰਲ ਭਾਰਤ ਦਾ ਗਵਰਨਰ ਜਨਰਲ ਅਖਵਾਇਆ ਸੀ? ਬੰਗਾਲ ਦਾ ਸੀ ਜਿਹੜਾ, ਉਹਨੂੰ ਭਾਰਤ ਦਾ ਗਵਰਨਰ ਜਨਰਲ ਕਹਿਣ ਲੱਗ ਪਏ। ਉਹ ਐਕਟ ਕਿਹੜਾ ਆਇਆ ਸੀਗਾ? ਇਹ ਤੇ ਆਪਣੇ ਕੋਲੇ ਆਪਸ਼ਨ ਰੈਗੂਲੇਟਿੰਗ ਐਕਟ, ਜਿਹੜਾ ਕਿ ਕਦੋਂ ਆਇਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਜਿਹੜਾ ਬੀ ਹੈ ਪੀਟਸ ਇੰਡੀਆ ਐਕਟ 1784 ਵਾਲਾ। ਅੱਗੇ ਆਪਣੇ ਕੋਲੇ ਪਿਆ ਸੀ ਤੇ 1813 ਵਾਲਾ ਚਾਰਟਰ ਐਕਟ, ਡੀ ਤੇ 1833 ਵਾਲਾ ਚਾਰਟਰ ਐਕਟ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਉਹ ਹੋ ਜਾਏਗਾ ਡੀ ਆਪਸ਼ਨ, 1833 ਦਾ ਚਾਰਟਰ ਐਕਟ ਜਿਹੜਾ ਆਇਆ ਸੀਗਾ, ਉਹਦੇ ਸਮੇਂ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀ ਉਹ ਭਾਰਤ ਦਾ ਗਵਰਨਰ ਜਨਰਲ ਅਖਵਾਉਣ ਲੱਗ ਪਿਆ ਸੀ। ਅੱਗੇ ਹੈ ਜੀ 22 ਨੰਬਰ ਪ੍ਰਸ਼ਨ ਹੈ ਜੀ ਅੱਜ ਦਾ ਆਪਣੇ ਕੋਲੇ, ਕਲਕੱਤਾ ਮੈਡੀਕਲ ਕਾਲਜ ਦੀ ਸਥਾਪਨਾ ਕਿਸ ਗਵਰਨਰ ਜਨਰਲ ਦੇ ਸਮੇਂ ਹੋਈ ਸੀ? ਕਲਕੱਤਾ ਜਿਹੜਾ ਮੈਡੀਕਲ ਬਣਿਆ ਸੀ, ਏ ਤੇ ਹੈ ਵੈਲਜ਼ਲੀ, ਬੀ ਤੇ ਹੈ ਬੈਂਟਿਕ ਜਿਹਨੂੰ ਕਿ ਵਿਲੀਅਮ ਬੈਂਟਿਕ ਵੀ ਕਹਿੰਦੇ ਆ, ਸੀ ਤੇ ਹੈ ਸਰ ਜੌਨ ਸ਼ੋਰ, ਡੀ ਤੇ ਆਪਣੇ ਕੋਲੇ ਚਾਰਲਸ ਮੈਟਕਾਫ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਉਹ ਹੋ ਜਾਏਗਾ ਬੈਂਟਿਕ। ਤਾਂ ਇਹਦੇ ਸਮੇਂ ਕੀ ਹੁੰਦਾ, ਇੰਗਲਿਸ਼ ਜਿਹੜੀ ਆ ਲਾਗੂ ਕੀਤੀ ਜਾਂਦੀ ਹੈ, ਠੀਕ ਹੈ ਜੀ। ਕਲਕੱਤਾ ਮੈਡੀਕਲ ਸਥਾਪਨਾ ਕਾਲਜ ਦੀ ਗੱਲ ਕਰੀਏ ਤਾਂ ਹੋਈ ਸੀ 1835 ਚ। ਤਾਂ ਇਸੇ ਬੰਦੇ ਨੇ 1829 ਚ ਸਤੀ ਪ੍ਰਥਾ ਜਿਹੜੀ ਆ ਉਹ ਬੰਦ ਕਰ ਦਿੱਤੀ ਸੀ, ਠੀਕ ਹੈ ਜੀ। ਇਹ ਚੀਜ਼ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲਦੀ ਹੈ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 23 ਨੰਬਰ ਪ੍ਰਸ਼ਨ ਹੈ, ਭਾਰਤੀ ਪ੍ਰੈਸ ਦਾ ਮੁਕਤੀ ਦਾਤਾ ਕਿਸ ਗਵਰਨਰ ਜਨਰਲ ਨੂੰ ਕਿਹਾ ਜਾਂਦਾ ਹੈ? ਭਾਰਤੀ ਪ੍ਰੈਸ ਦਾ ਮੁਕਤੀ ਦਾਤਾ, ਏ ਤੇ ਹੈ ਚਾਰਲਸ ਮੈਟਕਾਫ, ਬੀ ਤੇ ਆਪਣੇ ਕੋਲੇ ਲਾਰਡ ਰਿਪਨ, ਸੀ ਤੇ ਲਾਰਡ ਲਿਟਨ, ਡੀ ਤੇ ਆਪਣੇ ਕੋਲੇ ਲਾਰਡ ਡਲਹੌਜੀ। ਤਾਂ ਦੇਖੋ ਜੋ ਇਹਦਾ ਰਾਈਟ ਆਪਣੇ ਕੋਲੇ ਆਨਸਰ ਹੋ ਜਾਏਗਾ ਚਾਰਲਸ ਮੈਟਕਾਫ, ਠੀਕ ਹੈ ਜੀ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ 24 ਨੰਬਰ ਪ੍ਰਸ਼ਨ ਹੈ ਜੀ, ਜੀਟੀ ਰੋਡ ਦੀ ਮੁਰੰਮਤ ਦੇ ਨਾਮ ਕਿਸ ਗਵਰਨਰ ਜਨਰਲ ਨੇ ਦਿੱਤਾ ਸੀ? ਮਤਲਬ ਕਿ ਜੀਟੀ ਰੋਡ ਦੀ ਮੁਰੰਮਤ, ਦੇਖੋ ਜੇਕਰ ਬਣਨ ਦੀ ਗੱਲ ਕਰੀਏ ਤਾਂ ਚੰਦਰਗੁਪਤ ਮੌਰੀਆ ਨੇ ਸ਼ੁਰੂ ਕਰਵਾਈਆਂ ਸੀ ਜੀਟੀ ਰੋਡਾਂ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦੇ ਨੇ ਆਪਣੇ ਪੰਜਾਬ ਚ ਕਹਿ ਸਕਦੇ ਆ ਜਿਵੇਂ ਸ਼ੇਰ ਸ਼ਾਹ ਸੂਰੀ, ਬਿਹਾਰ ਸਾਈਡ ਵੀ ਸੀ, ਠੀਕ ਹੈ, ਇਹ ਸੀਗੇ। ਤਾਂ ਹੁਣ ਗੱਲ ਉਹਨਾਂ ਨੇ ਕਹੀ ਹੈ ਜੀਟੀ ਰੋਡ ਦੀ ਮੁਰੰਮਤ ਦੇ ਨਾਮ, ਠੀਕ ਹੈ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਉਹ ਹੋ ਜਾਏਗਾ ਆਪਣੇ ਕੋਲੇ ਇਹ ਲਾਰਡ ਜਿਹੜਾ ਸੀ ਆਕਲੈਂਡ। ਅੱਗੇ ਆ ਵਿਦਿਆਰਥੀ ਸਾਥੀਓ 25 ਨੰਬਰ ਪ੍ਰਸ਼ਨ ਹੈ, ਐਤਵਾਰ ਦੀ ਛੁੱਟੀ ਕਦੋਂ ਤੋਂ ਸ਼ੁਰੂ ਹੋਈ ਸੀ? ਸੋਚੋ ਕਦੋਂ ਤੋਂ ਸ਼ੁਰੂ ਹੋਈ ਹੋਣੀ ਹੈ। ਇਹ ਤੇ ਆਪਣੇ ਕੋਲੇ 1843, ਬੀ ਤੇ 1853, ਸੀ ਤੇ 1863, ਡੀ ਤੇ 1873। ਤਾਂ ਇਹਦਾ ਜੋ ਰਾਈਟ ਆਪਣੇ ਕੋਲੇ ਆਨਸਰ ਬਣਦਾ ਪਿਆ ਉਹ ਇਹ ਆਪਸ਼ਨ ਹੈ ਜੀ 1843 ਈਸਵੀ ਚ, ਜਿਹੜਾ ਸੀ ਐਲਿਨ ਬਰੋ ਇਹਨੇ ਸ਼ੁਰੂ ਕੀਤੀ ਸੀ। ਐਲਿਨ ਬਰੋ ਐੜੇ ਤੋਂ ਹੀ ਯਾਦ ਰੱਖ ਲਿਓ। ਤੇ ਆ ਜਿਹੜੀ 1853 ਇਹ ਆਪਣੀ ਪਹਿਲੀ ਜਿਹੜੀ ਆ ਟ੍ਰੇਨ ਚੱਲੀ ਸੀ ਇੱਥੋਂ, ਇਹ ਵੀ ਚੀਜ਼ ਯਾਦ ਰੱਖ ਸਕਦੇ ਹੋ। ਤਾਂ ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ, ਕਿਸ ਗਵਰਨਰ ਜਨਰਲ ਨੇ ਨਰਬਲੀ ਤੇ ਬੈਨ ਲਗਾਇਆ ਸੀ? ਨਰਬਲੀ ਭਾਵ ਕਿ ਜਿਹੜੀ ਬੱਚਿਆਂ ਦੀ ਬਲੀ ਦਿੱਤੀ ਜਾਂਦੀ ਸੀ। ਤਾਂ ਆਪਣੇ ਕੋਲੇ ਆਪਸ਼ਨਾਂ ਨੇ ਲਾਰਡ ਹਾਰਡਿੰਗ ਯਾਦ ਰੱਖ ਲਿਓ, ਠੀਕ ਹੈ। ਬੀ ਤੇ ਆਪਣੇ ਕੋਲੇ ਲਾਰਡ ਡਲਹੌਜੀ, ਸੀ ਤੇ ਵੈਲਜ਼ਲੀ, ਤਾਂ ਡੀ ਤੇ ਆਪਣੇ ਕੋਲੇ ਚੈਮਸਫੋਰਡ। ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਹਾਰਡਿੰਗ। ਤਾਂ ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 27 ਨੰਬਰ ਪ੍ਰਸ਼ਨ ਹੈ, ਕਿਸ ਐਂਗਲੋ ਸਿੱਖ ਯੁੱਧ
ਕਿਸ ਗਵਰਨਰ ਜਨਰਲ ਸਮੇਂ, ਮਤਲਬ ਕਿ ਪਹਿਲਾ ਐਂਗਲੋ ਸਿੱਖ ਯੁੱਧ, ਠੀਕ ਹੈ, ਮਤਲਬ ਪਹਿਲਾ ਅੰਗਰੇਜ਼ਾਂ ਤੇ ਸਿੱਖਾਂ ਦਾ ਯੁੱਧ ਜਿਹੜਾ ਹੋਇਆ ਸੀਗਾ ਤਾਂ ਕਦੋਂ ਹੋਇਆ ਸੀਗਾ? 1845-46 ਚ। ਇਸ ਸਮੇਂ ਕੀ ਹੁੰਦਾ ਜੀ, ਭੈਰੋਵਾਲ ਤੇ ਲਾਹੌਰ ਦੀ ਜਿਹੜੀ ਆ ਸੰਧੀ ਹੁੰਦੀ ਆ, ਤਾਂ ਉਦੋਂ ਗਵਰਨਰ ਜਨਰਲ ਕੌਣ ਸੀ? ਏ ਤੇ ਆਪਸ਼ਨ ਹੈ ਲਾਰਡ ਹਾਰਡਿੰਗ, ਬੀ ਤੇ ਆਪਣੇ ਕੋਲੇ ਡਲਹੌਜੀ, ਸੀ ਤੇ ਵੈਲਜ਼ਲੀ ਤੇ ਡੀ ਤੇ ਪਿਆ ਚੈਮਸਫੋਰਡ। ਰਾਈਟ ਆਨਸਰ ਹੋ ਜਾਏਗਾ ਜੀ ਏ ਆਪਣੇ ਕੋਲੇ ਲਾਰਡ ਹਾਰਡਿੰਗ। ਤਾਂ ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ ਲਾਸਟ ਪ੍ਰਸ਼ਨ ਹੈ ਡਾਕਟਰਾਈਨ ਆਫ ਲੈਪਸ, ਭਾਵ ਕਿ ਲੈਪਸ ਦੀ ਨੀਤੀ ਜਾਂ ਹੜੱਪ ਨੀਤੀ, ਠੀਕ ਆ, ਹੜੱਪ ਨੀਤੀ ਲਈ ਕਿਸ ਗਵਰਨਰ ਜਨਰਲ ਨੂੰ ਯਾਦ ਕੀਤਾ ਜਾਂਦਾ ਹੈ? ਏ ਤੇ ਆਪਸ਼ਨ ਲਾਰਡ ਡਲਹੌਜੀ, ਬੀ ਤੇ ਲਾਰਡ ਰਿਪਨ, ਸੀ ਤੇ ਲਾਰਡ ਲਿਟਨ ਤੇ ਡੀ ਤੇ ਆਪਣੇ ਕੋਲੇ ਲਾਰਡ ਕਲਾਈਵ। ਤਾਂ ਇਹਦਾ ਜੋ ਰਾਈਟ ਆਨਸਰ ਹੋ ਜਾਏਗਾ ਜੀ ਆਪਣੇ ਕੋਲੇ ਲਾਰਡ ਡਲਹੌਜੀ। ਤਾਂ ਸਭ ਤੋਂ ਪਹਿਲਾਂ 1848 ਈਸਵੀ ਚ ਇਹਨੇ ਕੀ ਕੀਤਾ ਸੀ, ਕੀ ਹੜੱਪ ਕੀਤਾ ਸੀਗਾ? 17 ਨਾਮਕ ਜਗ੍ਹਾ ਸੀਗੀ, ਠੀਕ ਹੈ, ਜਾਂ ਰਿਆਸਤ ਕਹਿ ਸਕਦੇ ਆ। ਤਾਂ ਐਵੇਂ ਵਿਦਿਆਰਥੀ ਸਾਥੀ ਹੁਣ ਦੱਸਦੇ ਆ ਕੀ ਕਰਦੇ ਸੀ ਜਦੋਂ ਕੋਈ ਰਾਜਾ ਮਰ ਜਾਂਦਾ ਸੀ ਤਾਂ ਜਿਹੜੀ ਉਹਦੀ ਪ੍ਰਾਪਰਟੀ ਆ ਸਾਰੀ ਕੀ ਸੀਗੀ, ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕਰ ਲਿੱਤੀ ਜਾਂਦੀ ਸੀ। ਉਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੀ ਹੁੰਦਾ, ਉੱਤਰ ਅਧਿਕਾਰੀਆਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ, ਕੌਣ? ਅੰਗਰੇਜ਼ ਨਹੀਂ ਹੋਣ ਦਿੰਦੇ, ਤਾਂ ਅੰਗਰੇਜ਼ ਪੰਜਾਬ ਨੂੰ ਕੀ ਅੰਤਿਮ ਰੂਪ ਦੇ ਵਿੱਚ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ। ਸੋ ਸਟੂਡੈਂਟਸ, ਕੁੱਬਾ ਲਰਨੋਲੋਜੀ ਫ੍ਰੀ ਐਡੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।